सत श्री अकाल, स्वागत है। गौरव शुक्ला मैं हाँ तुहाडे नाल हाज़र हाँ खबरां दा प्राइम टाइम लैके। ते प्राइम टाइम च अज गल रंग दी ते काम करन दे ढंग दी। सनत दीआं समस्यावां चोणां दे विच मुद्दा बनदियां रहियां ने, कदे बिजली दे रेट ते कदे उहनां नूं दित्तियां जांदियां रियायतां ते कदे इंडस्ट्री दा पलायन। इह सब मुद्दा चोणां दे विच बनदे रहे ने। पर पंजाब दी मौजूदा मान सरकार दावा कर रही है कि असीं सिस्टम दे काम करन दा तरीका ही बदल रहे हां। मुख मंत्री पंजाब लोकां दे रूबरू होए भगवंत मान ते उन्होंने सनत दे लई हरे रंग दे स्टैंप पेपर दा ऐलान कर दिता। दावा किया गया कि इंडस्ट्री लगाउण वालियां दे हत्थ दे विच जिवें ही हरे रंग दा स्टैंप पेपर आया, यह वाइट कलर दा है, सिंपल कागज है, पर जिवें ही इंडस्ट्री लगाउण वालियां दे हत्थ दे विच हरे रंग दा कागज आया स्टैंप पेपर, उसका मतलब होवेगा कि तुसीं बस हुण फैक्टरी दा स्विच दबो ते काम शुरू कर दो। पर अज असीं गल करांगे कि सनतकारां दीआं दिक्कतां सिस्टम तो भी हुंदियां ने, जो सिस्टम जिवें काम करदा है कि वख-वख सरकारी दफ्तरां दे चक्कर सनतकारां दे इंडस्ट्री लगाउण दे इरादे नूं ही बदल के रख दिंदे ने। इंडस्ट्रीलिस्ट सौंदा है या सोचदा है कि मैं इंडस्ट्री लगावांगा जिथे 50-100 या उस तो ज्यादा या हजारां लोग काम करनगे, पर वो सरकारी दफ्तर कदे इस दफ्तर कदे उस दफ्तर इन्ने चक्कर कढने पैंदे ने, ये इल्जाम लगाउंदे ने सनतकार। पर वो सोचदा कि छड्डो इंडस्ट्री लगाउणी ही नहीं। मतलब है कि लाल फीताशाही नूं सवालां दे कटहरे दे विच खड़ा किता जांदा रहा है। तां अज चर्चा इस मुद्दे ते ही कि हरे रंग दे स्टैंप पेपर दे नाल कि लाल फीता शाही दे मतलब सिस्टम दे काम करन दा ढंग भी बदल जाएगा। शुरुआत एक रिपोर्ट के नाल। शुक्रवार ਦੀ ਸਵੇਰ ਮੁੱਖ ਮੰਤਰੀ ਨੇ ਟਵਿੱਟਰ ਤੇ ਐਲਾਨ ਕੀਤਾ ਕਿ ਸਨਅਤ ਦੇ ਲਈ ਕੁਝ ਅਜਿਹਾ ਉਹ ਕਰਨ ਜਾ ਰਹੇ ਨੇ ਜੋ ਇਤਿਹਾਸਕ ਹੋਵੇਗਾ। ਤਾਂ ਉਸੇ ਵੇਲੇ ਤੋਂ ਕਿਆ ਸਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਸੀ। ਦੁਪਹਿਰ 2 ਵਜੇ ਦੇ ਕਰੀਬ ਜਦੋਂ ਮੁੱਖ ਮੰਤਰੀ ਸੂਬੇ ਦੀ ਆਵਾਮ ਦੇ ਰੂਬਰੂ ਹੋਏ ਤਾਂ ਉਹਨਾਂ ਇਸ ਐਲਾਨ ਤੋਂ ਪਰਦਾ ਹਟਾ ਦਿੱਤਾ। ਸੂਬੇ ਵਿੱਚ ਕਲਰ ਕੋਡਿੰਗ ਵਾਲੇ ਸਟਾਂਪ ਪੇਪਰ ਦੀ ਸ਼ੁਰੂਆਤ ਦੇ ਨਾਲ ਤਾਂ ਜਿਹੜੀ ਸਾਡੀ CLU ਦੀ ਟੀਮ ਹੈ, ਜਿਹੜੀ ਪਰਮਿਸ਼ਨਾਂ ਦਿੰਦੀ ਹੈ ਟੀਮ, ਉਹ 10 ਦਿਨ ਲਊਗੀ। 10 ਦਿਨਾਂ ਦੇ ਵਿੱਚ ਆ ਕੇ ਉਹ ਉਸ ਜ਼ਮੀਨ ਨੂੰ ਦੇਖ ਕੇ ਪਰਖ ਕੇ ਉਹ ਓਕੇ ਉਸ ਜ਼ਮੀਨ ਨੂੰ ਕਰ ਦੋਗੀ। ਤਾਂ ਫਿਰ ਉਸ ਫੈਕਟਰੀ ਲਾਉਣ ਵਾਲੇ ਨੂੰ ਕਿਹਾ ਜਾਊਗਾ ਕਿ ਹਰੇ ਰੰਗ ਦਾ ਸਟਾਂਪ ਪੇਪਰ ਖਰੀਦੋ। ਉਹ ਦੂਜੇ ਸਟਾਂਪ ਪੇਪਰ ਨਾਲੋਂ ਮਹਿੰਗਾ ਹੋਊਗਾ ਕਿਉਂਕਿ ਉਹਦੇ ਵਿੱਚ CLU, ਫੋਰੈਸਟ, ਪੋਲੂਸ਼ਨ ਤੇ ਫਾਇਰ, ਇਹਨਾਂ ਚੀਜ਼ਾਂ ਨਾਲ ਸੰਬੰਧਿਤ ਸਾਰੀਆਂ NOC ਦੇ ਪੈਸੇ ਵਿੱਚ ਹੀ ਜਿਹੜੇ ਨੇ ਉਹ ਸ਼ਾਮਲ ਕਰ ਲਏ ਜਾਣਗੇ। ਮੁੱਖ ਮੰਤਰੀ ਵੱਲੋਂ ਸਨਅਤ ਦੇ ਲਈ ਐਲਾਨਿਆ ਗਿਆ ਸਟਾਂਪ ਪੇਪਰ ਹਰੇ ਰੰਗ ਦਾ ਹੋਵੇਗਾ। ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਹਰੇ ਰੰਗ ਦਾ ਇਹ ਸਟਾਂਪ ਪੇਪਰ ਆਖਿਰ ਹੈ ਕੀ। ਹਰੇ ਰੰਗ ਦਾ ਸਟਾਂਪ ਪੇਪਰ ਇੰਡਸਟਰੀ ਲਈ ਹੋਵੇਗਾ। ਆਮ ਸਟਾਂਪ ਪੇਪਰ ਤੋਂ ਇਹ ਮਹਿੰਗਾ ਹੋਵੇਗਾ ਕਿਉਂ ਜੋ ਸਾਰੀਆਂ NOCs ਦੀ ਫੀਸ ਇੱਕੋ ਪੇਪਰ ਦੇ ਵਿੱਚ ਹੋਵੇਗੀ। CLU, ਜੰਗਲਾਤ, ਪ੍ਰਦੂਸ਼ਣ, ਫਾਇਰ ਮਹਿਕਮੇ ਦੀ NOCs ਇਸ ਦੇ ਵਿੱਚ ਸ਼ਾਮਿਲ ਹੋਣਗੀਆਂ। ਫੈਕਟਰੀ ਬਣਨ ਤੇ ਸਾਰੀਆਂ ਕਲੀਅਰੈਂਸ ਦੀ ਮੋਹਰ ਸਟਾਂਪ ਪੇਪਰ ਤੇ ਲੱਗੀ ਹੋਵੇਗੀ। ਫੈਕਟਰੀ ਦੀ ਚੈਕਿੰਗ ਦੌਰਾਨ ਸਿਰਫ ਸਟਾਂਪ ਪੇਪਰ ਹੀ ਫੈਕਟਰੀ ਦੇ ਮਾਲਕ ਨੂੰ ਦਿਖਾਣਾ ਹੋਵੇਗਾ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਨਵੇਂ ਸਿਸਟਮ ਦਾ ਹਿੱਸਾ ਬਣਨ ਲਈ ਸਨਅਤਕਾਰਾਂ ਨੂੰ ਕਰਨਾ ਕੀ ਹੋਵੇਗਾ। ਤੇ ਜਦੋਂ ਫੈਕਟਰੀ ਬਣ ਗਈ, ਤਿਆਰ ਹੋ ਗਈ, ਉਸ ਵੇਲੇ ਉਸ ਫੈਕਟਰੀ ਜਿਹੜੀ ਹੈ ਉਹਦਾ ਫਾਇਰ ਦਾ, ਪੋਲੂਸ਼ਨ ਦਾ ਔਰ ਫੋਰੈਸਟ ਦਾ ਜਿਹੜਾ ਕਲੀਅਰੈਂਸ ਹੈ ਉਹਦੀ ਸਟੈਂਪ ਉਹਦੀ ਮੋਹਰ ਜਿਹੜੀ ਹੈ ਉਸੇ ਸਟਾਂਪ ਪੇਪਰ ਤੇ ਲੱਗ ਜੂਗੀ। ਇਨਵੈਸਟ ਪੰਜਾਬ ਦੇ ਪੋਰਟਲ ਤੇ ਜਾ ਕੇ ਸਨਅਤਕਾਰ ਵਿਜ਼ਿਟ ਕਰ ਸਕਦੇ ਨੇ ਜਾਂ ਫਿਰ ਸਨਅਤ ਦੇ ਨਾਲ ਜੁੜੇ ਦਫ਼ਤਰਾਂ ਵਿੱਚ ਜਾ ਕੇ ਵੀ ਸਨਅਤ ਲਾਣ ਦੇ ਲਈ ਜ਼ਮੀਨ ਮਾਰਕ ਕੀਤੀ ਜਾ ਸਕਦੀ ਹੈ। CLU ਦੀ ਟੀਮ ਇਸ ਥਾਂ ਤੇ 10 ਦਿਨਾਂ ਦੀ ਪ੍ਰੋਸੈਸ ਨੂੰ ਪੂਰਾ ਕਰੇਗੀ। ਜ਼ਮੀਨ ਨੂੰ ਦੇਖ ਪਰਖ ਕੇ ਡੀਲ ਨੂੰ ਮਨਜ਼ੂਰੀ ਦੇਵੇਗੀ ਤੇ ਸਨਅਤ ਮਾਲਕ ਨੂੰ ਹਰੇ ਰੰਗ ਦੇ ਸਟਾਂਪ ਪੇਪਰ ਖਰੀਦਣ ਲਈ ਕਿਹਾ ਜਾਵੇਗਾ। ਰਜਿਸਟਰੀ ਮਗਰੋਂ ਸਨਅਤਕਾਰ ਫੈਕਟਰੀ ਦੀ ਉਸਾਰੀ ਆਰੰਭ ਸਕਦਾ ਹੈ। ਦਫ਼ਤਰਾਂ ਦੇ ਗੇੜੇ ਘਟਣ ਦੇ ਨਾਲ ਹੀ ਨਿਵੇਸ਼ਕਾਂ ਦੀ ਖੱਜਲ ਖੁਆਰੀ ਵੀ ਇਸ ਪ੍ਰੋਸੈਸ ਤੋਂ ਬਾਅਦ ਖਤਮ ਹੋਵੇਗੀ। ਕਲਰ ਕੋਡਿੰਗ ਸਟਾਂਪ ਪੇਪਰ ਲਿਆਉਣ ਵਾਲਾ ਪੰਜਾਬ ਅਜਿਹਾ ਪਹਿਲਾ ਸੂਬਾ ਬਣਿਆ ਹੈ ਜਿਸ ਨੇ ਫਿਲਹਾਲ ਸਨਅਤੀ ਖੇਤਰ ਦੇ ਲਈ ਇਹ ਸ਼ੁਰੂਆਤ ਕੀਤੀ ਹੈ, ਜਦਕਿ ਆਉਂਦੇ ਦਿਨਾਂ ਦੇ ਵਿੱਚ ਹਾਊਸਿੰਗ ਕਲੋਨੀਆਂ ਕੱਟਣ ਵਾਲਿਆਂ ਦੇ ਲਈ ਵੀ ਇਹ ਲਾਗੂ ਹੋਣਗੇ। ਇਸ ਐਲਾਨ ਤੋਂ ਬਾਅਦ ਸਨਅਤਕਾਰਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਸਨਅਤ ਦੇ ਨਾਲ ਜੁੜੇ ਲੋਕ ਇਸ ਨੂੰ ਨਵੇਕਲੀ ਸ਼ੁਰੂਆਤ ਮੰਨ ਰਹੇ ਨੇ ਜੋ ਖੱਜਲ ਖੁਆਰੀਆਂ ਘੱਟ ਕਰੇਗੀ।
that CLU is available at the time of buying the land itself. So no hustle and bustle for applying for CLU after you have invested your money in buying the land. I think it's something which requires a lot of thought process at the CM office level, and it will really go a long way in ease of doing business. Excellent. Industry wholeheartedly welcomes the new rules notified on improving the CLU norms for industry. All industries, small, medium and large, will greatly benefit. ਸੋ ਕੁੱਲ ਮਿਲਾ ਕੇ ਸੂਬੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਸਟਾਂਪ ਪੇਪਰ ਦੀ ਕਲਰ ਕੋਡਿੰਗ ਦੀ ਅਤੇ ਹੁਣ ਵੇਖਣਾ ਇਹ ਹੈ ਕਿ ਸਰਕਾਰ ਦਾ ਇਹ ਨਵੇਕਲਾ ਕਦਮ ਸਨਅਤ ਦੀ ਤਸਵੀਰ ਨੂੰ ਕਿਵੇਂ ਬਦਲਦਾ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਤਾਂ ਹਰੇ ਰੰਗ ਦੇ ਸਟੈਂਪ ਪੇਪਰ ਦੇ ਨਾਲ ਦਾਅਵਾ ਇਹੀ ਕੀਤਾ ਜਾ ਰਿਹਾ ਹੈ ਕਿ ਜਿਹੜੇ ਵੱਖ-ਵੱਖ ਪ੍ਰੋਸੈਸ ਹੁੰਦੇ ਨੇ ਉਹ ਸਾਰੇ ਹਟ ਜਾਣਗੇ। ਸਟੈਂਪ ਪੇਪਰ ਦੀ ਫੀਸ ਥੋੜੀ ਜ਼ਿਆਦਾ ਹੋਏਗੀ, ਪਰ ਉਸ ਦੇ ਵਿੱਚ ਹਰ ਇੱਕ ਤਰੀਕੇ ਦੀ ਸਟੈਂਪ ਯਾਨੀ ਕਿ ਜਿੱਥੋਂ ਤੁਹਾਨੂੰ ਕਲੀਅਰੈਂਸ ਲੈਣੀ ਹੁੰਦੀ ਹੈ, ਜਿਨ੍ਹਾਂ ਨੇ ਇੰਡਸਟਰੀ ਲਗਾਣੀ ਹੈ ਉਹਨਾਂ ਤੱਕ ਉਹ ਪਹੁੰਚੇਗੀ। ਇੰਡਸਟਰੀ ਘੱਟ ਲੋਕ ਲਗਾਉਂਦੇ ਨੇ ਕਿਉਂਕਿ ਇੱਕ ਵੱਡੀ ਇੰਡਸਟਰੀ ਲਗਾਉਣ ਦੇ ਲਈ ਇੱਕ ਚੰਗੀ ਰਕਮ ਦੀ ਜ਼ਰੂਰਤ ਹੁੰਦੀ ਹੈ, ਪਰ ਡਾਇਰੈਕਟਲੀ ਤੁਹਾਡੇ ਨਾਲ ਸਾਡੇ ਨਾਲ ਵੀ ਇਹ ਪੂਰਾ ਮੁੱਦਾ ਜੁੜਿਆ ਹੁੰਦਾ ਹੈ। ਜਦੋਂ ਸੂਬੇ ਦੇ ਵਿੱਚ ਇੰਡਸਟਰੀ ਆਏਗੀ, ਕੋਈ ਵੱਡੀ ਯੂਨਿਟ ਲੱਗਦੀ ਹੈ ਤਾਂ ਉੱਥੇ 1000-2000 ਲੋਕ ਕੰਮ ਕਰਦੇ ਨੇ। ਉਸ ਦਾ ਸਿੱਧਾ ਅਸਰ ਉਸ ਪੂਰੇ ਇਲਾਕੇ ਦੇ ਉੱਤੇ ਪੈਂਦਾ ਹੈ। ਕਿਸੇ ਦਾ ਕੋਈ ਰੋਜ਼ਗਾਰ ਉੱਥੇ ਦੁਕਾਨ ਖੁੱਲਣ ਦੇ ਨਾਲ ਬਣ ਜਾਏਗਾ, ਕਿਸੇ ਨੂੰ ਇੰਡਸਟਰੀ ਦੇ ਅੰਦਰ ਰੋਜ਼ਗਾਰ ਮਿਲ ਜਾਏਗਾ। ਸਿੱਧਾ ਜਿਹਾ ਮਤਲਬ ਹੈ ਕਿ ਜੇਕਰ ਇੰਡਸਟਰੀ ਆਉਂਦੀ ਹੈ ਤਾਂ ਉਸ ਦਾ ਫਾਇਦਾ ਬਹੁਤ ਵੱਡੇ ਪੱਧਰ ਤੇ ਵੱਖ-ਵੱਖ ਖੇਤਰ ਦੇ ਲੋਕਾਂ ਨੂੰ ਹੁੰਦਾ ਹੈ ਜਿੱਥੇ ਵੀ ਇੰਡਸਟਰੀ ਖੁੱਲਦੀ ਹੈ। ਇਸ ਕਰਕੇ ਇਸ ਦੇ ਉੱਤੇ ਚਰਚਾ ਹੋਣੀ ਜ਼ਰੂਰੀ ਹੈ ਕਿ ਖੱਜਲ ਖੁਆਰੀ ਘਟਣ ਤੋਂ ਬਾਅਦ ਜੋ ਦਾਅਵਾ ਸਰਕਾਰ ਕਰ ਰਹੀ ਹੈ ਕਿ ਇੰਡਸਟਰੀ ਸਨਅਤਕਾਰ ਜਿਹੜੇ ਵੱਡੇ ਦੇਸ਼ ਜਾਂ ਦੁਨੀਆ ਦੇ ਵਿੱਚ ਹੈਗੇ ਨੇ ਉਹਨਾਂ ਦੀ ਪਹਿਲੀ ਪਸੰਦ ਪੰਜਾਬ ਦੀ ਧਰਤੀ ਬਣ ਸਕੇਗੀ, ਉਸ ਦੇ ਉੱਤੇ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਡਾਕਟਰ ਸਨੀ ਨੇ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ, ਡਾਕਟਰ ਸਾਹਿਬ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਸੁਖਦੇਵ ਸਿੰਘ ਜੀ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਜੈਬਨ ਜੀ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ, ਕਰਨੈਲ ਸਿੰਘ ਪੀਰ ਮੁਹੰਮਦ ਜੀ ਜੁੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਚਰਚਾ ਦੇ ਵਿੱਚ। ਮੈਂ ਸ਼ੁਰੂਆਤ ਕਰਦਾ ਹਾਂ ਆਮ ਆਦਮੀ ਪਾਰਟੀ ਤੋਂ ਹੀ। ਸਰਕਾਰ ਦਾਅਵਾ ਕਰ ਰਹੀ ਹੈ, ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਸਵਾਲਾਂ ਦੀ ਵੀ ਵਾਰੀ ਹੋਏਗੀ। ਡਾਕਟਰ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਹੀ ਆਲੂਵਾਲੀਆ ਜੀ। ਸੌਖੇ ਸ਼ਬਦਾਂ ਦੇ ਵਿੱਚ ਇੰਡਸਟਰੀ ਨੂੰ ਫਾਇਦਾ ਕੀ ਹੋਏਗਾ? ਪੁਆਇੰਟ ਨੰਬਰ 2, ਇਹ ਛੋਟੀ ਇੰਡਸਟਰੀ ਦੇ ਲਈ ਫੈਸਲਾ ਜਾਂ ਤੁਹਾਨੂੰ ਲੱਗ ਰਿਹਾ ਕਿ ਬੈਨੀਫੀਸ਼ੀਅਲ ਹੋਏਗਾ ਜਾਂ ਫਿਰ ਵੱਡੀ ਇੰਡਸਟਰੀ ਦੇ ਲਈ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਨਵੈਸਟ ਪੰਜਾਬ ਦੇ ਪ੍ਰੋਗਰਾਮ ਦੇ ਅੰਦਰ ਕਿਹਾ ਸੀ ਕਿ ਮੈਂ ਵੱਖ-ਵੱਖ ਇਲਾਕਿਆਂ 'ਚ ਹੋ ਕੇ ਆਇਆ। ਉੱਥੇ ਉਹ ਕਹਿੰਦੇ ਵੀ ਇੰਡਸਟਰੀ ਦਾ ਸਾਡਾ ਲਾਉਣ ਨੂੰ ਮਨ ਕਰਦਾ ਵਾਰ-ਵਾਰ ਪੰਜਾਬ 'ਚ, ਪਰ ਹੁੰਦਾ ਕੀ ਹੈ ਜਦ ਸਾਨੂੰ ਅਸੀਂ ਚਲੇ ਜਾਂਦੇ ਆ ਉਸ ਤੋਂ ਬਾਅਦ ਕਹਿੰਦੇ ਇੱਕ ਪਰਮਿਸ਼ਨ, ਕਦੀ ਕਹਿੰਦੇ CLU ਨਹੀਂ ਹੋਈ, ਕਦੀ ਕਹਿੰਦੇ ਫਾਇਰ ਦੀ NOC ਨਹੀਂ ਹੋਈ, ਕਦੀ ਕਹਿੰਦੇ ਪੋਲਿਊਸ਼ਨ ਦੀ NOC ਨਹੀਂ ਹੋਈ, ਤੇ ਉਹ ਕਹਿੰਦੇ ਸੀ ਕਿ ਕਦੀ ਫੋਰੈਸਟ ਦੀ NOC ਨਹੀਂ ਹੋਈ। ਉਹ ਬਾਰ-ਬਾਰ ਕਹਿੰਦੇ ਸੀ ਕਿ ਲੋਕਾਂ ਦੀ ਦਿੱਕਤ ਕੀ ਹੈ ਕਿ ਕਦੀ ਕਿਸੇ ਦਫ਼ਤਰ 'ਚ ਗੇੜੇ, ਕਦੀ ਕਿਸੇ ਦਫ਼ਤਰ 'ਚ ਗੇੜੇ। ਤੇ ਮਾਨ ਸਾਹਿਬ ਨੇ, ਸਾਡੇ ਮੁੱਖ ਮੰਤਰੀ ਸਾਹਿਬ ਨੇ ਪਲਾਨ ਕੀਤਾ। ਕੀ ਪਲਾਨ ਕੀਤਾ ਕਿ ਆਪਾਂ ਇਹੋ ਜਿਹਾ ਸਿਸਟਮ ਲੈ ਕੇ ਆਈਏ ਕਿ ਜਿੱਥੇ ਵੀ ਜਿਸਨੇ ਇੰਡਸਟਰੀ ਲਾਣੀ ਹੈ ਉਹ ਕਹਿ ਦੇ ਪੋਰਟਲ ਦੇ ਉੱਤੇ ਆ ਕੇ ਸਾਡੇ ਕੋਲ ਕਹਿ ਦੇ ਕਿ ਮੇਰੇ ਕੋਲ ਇਹ ਜਗ੍ਹਾ ਹੈ ਜੀ, ਮੈਂ ਇੱਥੇ ਕਰਨਾ ਚਾਹੁੰਦਾ। ਪਹਿਲਾਂ ਸਾਡੀ CLU ਦੀ ਟੀਮ ਜਾ ਕੇ ਸਾਰਾ ਕੁਝ ਚੈੱਕ ਕਰੂਗੀ। 10 ਦਿਨ ਦੇ ਅੰਦਰ 10 ਦਿਨ ਦੇ ਅੰਦਰ ਟਾਈਮ ਫਰੇਮ ਦਿੱਤਾ ਜੀ ਗੌਰਵ ਜੀ ਕਿ 10 ਦਿਨ ਦੇ ਅੰਦਰ ਅਸੀਂ ਉਸ ਜਗ੍ਹਾ ਦੀ ਤੁਹਾਨੂੰ CLU ਦੇਵਾਂਗੇ। ਉਸ ਚ ਕਹਾਂਗੇ ਵੀ ਤੁਸੀਂ ਗ੍ਰੀਨ ਕਲਰ ਦਾ ਸਟੈਂਪ ਪੇਪਰ ਲੈ ਲਓ ਤੇ ਇੱਥੇ ਇੰਡਸਟਰੀ ਲਾ ਲਓ, ਤੁਹਾਨੂੰ ਸਾਰੀਆਂ ਪਰਮਿਸ਼ਨਾਂ ਮਿਲਣਗੀਆਂ। ਮੈਂ 2 ਐਗਜ਼ਾਮਪਲ ਜ਼ਰੂਰ ਦਵਾਂਗਾ ਕਿਉਂਕਿ ਇਨਵੈਸਟ ਪੰਜਾਬ ਦਾ ਅਸੀਂ ਵੀ ਹਿੱਸਾ ਸੀਗੇ। ਇਨਵੈਸਟ ਪੰਜਾਬ ਚ ਇੱਕ ਬੰਦੇ ਨੇ ਹੱਥ ਖੜਾ ਕੀਤਾ, ਕਹਿੰਦਾ ਜੀ ਤੁਸੀਂ ਇੰਡਸਟਰੀਜ਼ ਨੂੰ ਇਨਵਾਈਟ ਕਰ ਰਹੇ ਹੋ। ਮੈਂ ਪਿਛਲੇ 3 ਸਾਲਾਂ ਤੋਂ ਜ਼ਮੀਨ ਲੈ ਕੇ ਬੈਠਾ ਮੁਹਾਲੀ ਦੇ ਅੰਦਰ, ਡਾਕਟਰ ਜੈਨ ਨੇ ਖੰਨਾ ਦੇ ਵੈਰੀਫਾਈ ਕਰਾ ਲੈਣਾ, ਅਪੋਲੋ ਹਸਪੀਟਲ ਲੈ ਕੇ ਆਣਾ ਚਾਹੁੰਦੇ ਸੀ। ਕਹਿੰਦਾ ਮੈਨੂੰ CLU, ਮੈਨੂੰ AC ਚੱਕਰ ਚ ਪਾਇਆ, ਮੈਂ ਗਮਾਡਾ ਦੀ ਜ਼ਮੀਨ ਲਿੱਤੀ ਹੈ ਕਿ ਵੀ ਸੇਫ ਰਵਾਂ, ਪਰ ਮੈਨੂੰ ਪਰਮਿਸ਼ਨਾਂ ਹੀ ਨਹੀਂ ਮਿਲ ਰਹੀਆਂ। ਇਹ ਸਾਰੀਆਂ ਗੱਲਾਂ ਜਦ ਉੱਥੇ ਪਹੁੰਚੀਆਂ, ਚੀਮਾ ਬੋਇਲਰਸ ਵਾਲਿਆਂ ਦੇ ਸੁਣ ਲਓ, ਉਹਨਾਂ ਦੇ ਬਾਹਰ ਜ਼ਮੀਨ ਸੀ, ਉਹਨਾਂ ਨੂੰ CLU ਨਹੀਂ ਦਿੱਤਾ ਪਿਛਲੀ ਸਰਕਾਰਾਂ ਨੇ। ਇਸ ਕਰਕੇ ਇਹ ਜਿਹੜਾ ਸਾਰਾ ਸਿਸਟਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਣਾਇਆ, ਇੰਪਲੋਇਮੈਂਟ ਤਾਂ ਜਨਰੇਟ ਹੋਏਗੀ, ਪਰ ਇੰਡਸਟਰੀਅਲਿਸਟ ਜਿਹੜੇ ਕਿ ਸਟੇਟ ਨੂੰ ਪ੍ਰੋਗਰੈਸਿਵ ਬਣਾ ਸਕਦੇ ਆ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਔਰ ਇਸ ਤਹਿਤ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ। CLU ਗ੍ਰੀਨ ਪੇਪਰ ਮਿਲੂਗਾ ਔਰ ਉਹਦੇ ਉੱਤੇ ਹੀ ਸਾਰੀਆਂ ਪਰਮਿਸ਼ਨਾਂ ਮਿਲਣਗੀਆਂ। ਜਦ ਵੀ
ਇੰਡਸਟਰੀ ਅਗਲੇ ਦਿਨ ਬੇਸ਼ੱਕ ਖੋਲ ਦੇਣ, ਗ੍ਰੀਨ ਪੇਪਰ ਹੋਇਆ ਸਟੈਂਪ ਪੇਪਰ, ਅਗਲੇ ਦਿਨ ਆਪਣੀ ਇੰਡਸਟਰੀ ਕੋਈ ਕ੍ਰਾਈਟੇਰੀਆ, ਮੈਂ ਬਾਕੀ ਮੈਂਬਰਾਂ ਦਾ ਰੁਖ ਕਰਾਂ, ਕੋਈ ਕ੍ਰਾਈਟੇਰੀਆ ਰੱਖਿਆ ਗਿਆ ਕਿ ਛੋਟੀ ਇੰਡਸਟਰੀ ਦੇ ਲਈ ਹੈ, ਵੱਡੀ ਇੰਡਸਟਰੀ ਦੇ ਲਈ ਹੈ, ਜਾਂ ਫਿਰ EMPLOYEES ਜਿੰਨੇ ਹੋਣੇ ਚਾਹੀਦੇ ਆ ਉਹਨਾਂ ਦੇ ਲਈ ਹੈ, ਸਰਵਿਸ ਹੋਏਗੀ ਜਾਂ ਸਭ ਦੇ ਲਈ ਹੈ? ਇਹ ਤਾਂ ਦੇਖੋ, ਇਹ ਗੌਰਵ ਜੀ ਸਬ ਲਈ ਕੀਤਾ ਗਿਆ ਇੰਡਸਟਰੀ ਫੈਕਟ ਨੂੰ। ਠੀਕ ਹੈ। ਹੁਣ ਇੰਡਸਟਰੀ ਨੂੰ ਅਗਰ ਤੁਸੀਂ ਸਬ ਡਿਵਾਈਡ ਕਰੋਗੇ, ਜਿਵੇਂ ਕਿ ਸਾਡੇ ਬਿਲਡਰਸ ਆ ਗਏ, ਉਹਨਾਂ ਲਈ ਅਗਲੀ ਉਹਨਾਂ ਨੇ ਕਿਹਾ ਮਾਨ ਸਾਹਿਬ ਨੇ ਕਿ ਉਸ ਤੋਂ ਬਾਅਦ ਉਹਨਾਂ ਦਾ ਕਰਾਂਗੇ, ਐਜੂਕੇਸ਼ਨ ਸੈਕਟਰ ਆਏਗਾ ਉਹਨਾਂ ਦਾ, ਇਹ ਇੰਡਸਟਰੀ ਲਈ ਕੀਤਾ ਔਰ ਇੰਡਸਟਰੀ ਐਜ਼ ਅ ਹੋਲ ਕੀਤਾ ਗਿਆ, ਇਹਦੇ ਅੰਦਰ ਕੋਈ ਇਹੋ ਜਿਹਾ ਕ੍ਰਾਈਟੇਰੀਆ ਨਹੀਂ ਰੱਖਿਆ ਗਿਆ। ਬਾਕੀ ਜਿਹੜੀਆਂ ਚੀਜ਼ਾਂ ਨੇ ਕਿ ਇੰਡਸਟਰੀਲਿਸਟ ਦੀਆਂ ਜਿਹੜੀਆਂ ਪ੍ਰੋਬਲਮ ਸੀਗੀਆਂ ਉਹਨਾਂ ਨਾਲ ਡਿਸਕਸ ਕਰਕੇ ਹੀ ਬਣਾਇਆ ਗਿਆ। ਇਸ ਕਰਕੇ ਹੁਣ ਇੰਡਸਟਰੀਜ਼ ਨੂੰ ਅਸੀਂ ਕਹਿੰਦੇ ਹਾਂ ਕਿ ਮਾਨ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਸੀ ਇਨਵੈਸਟ ਪੰਜਾਬ ਚ ਵੀ ਤੇ ਉਹਨਾਂ ਦੀ ਸਟੇਟਸ ਚ ਜਾ ਕੇ, ਦੇਸ਼ ਵਿਦੇਸ਼ ਚ ਜਾ ਕੇ, ਉਹ ਅੱਜ ਪੂਰਾ ਕਰ ਦਿੱਤਾ। ਔਰ ਅੱਜ ਦਾ ਤੁਹਾਨੂੰ ਲੱਗਦਾ ਕਿ ਕਾਇਆ ਕਲਪ ਹੋ ਜਾਏਗੀ ਇਸ ਦੇ ਨਾਲ ਇੰਡਸਟਰੀ ਦੀ, ਖਾਸ ਤੌਰ ਤੇ ਨਵੀਂ ਇੰਡਸਟਰੀ ਜੋ ਆਉਣਾ ਚਾਹੁੰਦੀ ਹੈ? ਬਿਲਕੁਲ ਗੌਰਵ ਜੀ, ਇਹਦੇ ਅੰਦਰ ਤਾਂ ਛੋਟੀ ਹੈ, ਮਾਨ ਸਾਹਿਬ ਨੇ ਬੜਾ ਕਲੀਅਰਲੀ ਮੈਂਸ਼ਨ ਕੀਤਾ ਔਰ ਦੇਖੋ ਹੁਣ ਪੰਜਾਬ ਦੇ ਅੰਦਰ ਇਨਵੈਸਟਮੈਂਟ ਕਿਵੇਂ ਆਉਂਦੀ ਹੈ। ਚਲੋ ਆਪਾਂ ਬਾਕੀਆਂ ਦਾ ਰੁਖ ਕਰਦੇ ਹਾਂ। ਬਹੁਤ ਸਾਰੇ ਸਵਾਲ ਨੇ, ਇਨਫੈਕਟ 10 ਦਿਨ ਵਾਲਾ ਵੀ ਸਵਾਲ ਸਭ ਦੇ ਜ਼ਿਹਨ ਦੇ ਵਿੱਚ ਹੋਏਗਾ, ਤੁਹਾਡੇ ਜਿਹੜੇ ਵਿਰੋਧੀ ਨੇ ਉਹ ਵੀ ਪੁੱਛਣਗੇ, ਮੈਂ ਵੀ ਕੋਸ਼ਿਸ਼ ਕਰਾਂਗਾ ਪੁੱਛਾਂ। ਮੈਂ ਰੁਖ ਕਰਦਾ ਸਾਡੇ ਨਾਲ ਜਿਹੜੇ ਬਾਕੀ ਮਹਿਮਾਨ ਜੁੜੇ ਹੋਏ ਨੇ। ਸੁਖਦੇਵ ਜੀ ਸਾਡੇ ਨਾਲ ਕਾਂਗਰਸ ਤੋਂ ਜੁੜੇ ਹੋਏ ਨੇ। ਸੁਖਦੇਵ ਜੀ, ਮੈਂ ਪਹਿਲੀ ਕਿਸੇ ਨੇ ਸੋਚਿਆ ਨਹੀਂ ਸੀ, ਕੀਤਾ ਨਹੀਂ ਸੀ, ਅਸੀਂ ਕਰਨ ਜਾ ਰਹੇ ਹਾਂ। ਦੇਸ਼ ਦੇ ਵਿੱਚ ਪਹਿਲਾ ਸੂਬਾ ਪੰਜਾਬ ਬਣਨ ਜਾ ਰਿਹਾ ਹੈ ਜੋ ਹਰੇ ਰੰਗ ਦੇ ਸਟੈਂਪ ਪੇਪਰ ਦੇਗਾ। ਜਿਹੜੇ ਸਨਅਤਕਾਰ ਇੰਡਸਟਰੀ ਲਗਾਉਣਾ ਚਾਹੁੰਦੇ ਨੇ, ਖੱਜਲ ਖੁਆਰੀ ਘੱਟ ਹੋਵੇ। ਮਤਲਬ ਜੋ ਸਾਬਕਾ ਸਰਕਾਰਾਂ ਨੇ ਪੰਜਾਬ ਦੇ ਵਿੱਚ, ਸਾਬਕਾ ਸਰਕਾਰਾਂ ਨੇ ਨਹੀਂ ਸੋਚਿਆ, ਤੁਹਾਡੀ ਸਰਕਾਰ ਸੀ, ਤੁਸੀਂ ਨਹੀਂ ਸੋਚਿਆ, ਉਹ ਆਮ ਆਦਮੀ ਪਾਰਟੀ ਇੰਪਲੀਮੈਂਟ ਕਰਨ ਜਾ ਰਹੀ ਹੈ, ਇਹ ਦਾਅਵਾ ਕਰ ਰਹੇ ਨੇ। ਦੇਖੋ ਗੌਰਵ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਕੋਈ ਵੀ ਕੋਈ ਨਵਾਂ ਕਦਮ ਚੱਕਦਾ ਹੈ ਜਿਹਦੇ ਨਾਲ ਕਿ ਇੰਡਸਟਰੀ ਆਵੇ, ਜਿਹਦੇ ਨਾਲ ਕੋਈ ਡਿਵੈਲਪਮੈਂਟ ਹੋਵੇ, ਜਿਹਦੇ ਨਾਲ ਕਿ ਸਾਡੇ ਇੱਥੇ ਸੂਬੇ ਦੀ ਬਿਹਤਰੀ ਹੋਵੇ, ਅਸੀਂ ਉਹਨੂੰ ਵੈਲਕਮ ਕਰਦੇ ਆ। ਅਸੀਂ ਪਹਿਲੇ ਵਾਂਗੂ ਨਹੀਂ ਜਿਵੇਂ ਵਿਰੋਧ 'ਚ ਬੈਠ ਕੇ ਹਰ ਗੱਲ ਦਾ ਵਿਰੋਧ ਹੀ ਕਰਨਾ ਹੈ, ਅਸੀਂ ਉਹਨੂੰ ਵੈਲਕਮ ਕਰਦੇ ਆ। ਉਹ ਹੋਣਾ ਚਾਹੀਦਾ, ਕਿਉਂਕਿ ਜੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਆਊਗੀ, ਪੰਜਾਬ ਦੀ ਬਿਹਤਰੀ ਲਈ ਆਊਗੀ, ਕੋਈ ਆ ਕੇ ਸਿਸਟਮ ਨੂੰ ਬਿਹਤਰ ਕਰਦਾ ਤਾਂ ਮੇਰੇ ਖਿਆਲ ਦੇ ਵਿੱਚ ਉਹ ਚੰਗੀ ਗੱਲ ਹੈ। ਪਰ ਮੈਂ ਇੱਕ ਗੱਲ ਮੈਂ ਜ਼ਰੂਰ ਕਹੂੰਗਾ, ਜਿਵੇਂ ਹੁਣ ਸਨੀ ਆਹਲੂਵਾਲੀਆ ਸਾਹਿਬ ਨੇ ਕਿਹਾ ਨਾ ਵੀ ਸੀਐਮ ਸਾਹਿਬ ਨੇ ਕਿਹਾ ਇਨਵੈਸਟਮੈਂਟ, ਪਹਿਲਾਂ ਵੀ PVIP ਬਣਿਆ ਹੋਇਆ ਜਿਹਨੂੰ ਕਿ ਅਸੀਂ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਉਹ ਆਪਾਂ ਡਿਪਾਰਟਮੈਂਟ ਕਹਿੰਦੇ ਆ, ਉਹਦੇ ਵਿੱਚ ਵੀ ਇੱਕ IAS ਅਫਸਰ, ਨੋਡਲ ਅਫਸਰ ਲਾਇਆ ਪਿਆ, ਉਹੀ ਸਾਰੀਆਂ ਉਹ ਆਪਣੀਆਂ ਉਹ ਕਰਾ ਕੇ ਦਿੰਦਾ ਹੈਗਾ ਪਰਮਿਸ਼ਨਸ। ਉਹ ਕੋਈ ਕਿਸੇ ਕੋਲੇ ਦਫ਼ਤਰ 'ਚ ਗੇੜੇ ਨਹੀਂ ਮਾਰਨੇ ਪੈਂਦੇ। ਇਹ ਅਸੀਂ ਇੱਕ ਇੰਪ੍ਰੈਸ਼ਨ ਦੇਈਏ ਨਾ, ਇਹ ਵੀ ਇੱਕ ਮਾੜੀ ਗੱਲ ਹੈ। ਉਹ ਪਹਿਲਾਂ ਵੀ ਉਹ ਹੁੰਦਾ, ਹਾਂ ਠੀਕ ਹੈ, ਉਸ ਤੋਂ ਹੋ ਸਕਦਾ ਉਦੋਂ ਬਿਹਤਰ ਕਰ ਦੇਣ, ਉਹ ਗੱਲ ਵੱਖਰੀ ਹੈ। ਪਰ PVIP ਦੇ ਵਿੱਚ ਸੈਕਟਰ 70 ਚ ਉਹਨਾਂ ਦਾ ਦਫ਼ਤਰ ਹੈ, ਇੱਕ ਸੀਨੀਅਰ IAS ਅਫਸਰ ਉਹਨੂੰ ਆਲਰੇਡੀ ਮੋਨੀਟਰ ਕਰਦਾ ਤੇ ਉਹ ਸਾਰੀਆਂ ਪਰਮਿਸ਼ਨ ਉਹ ਕਰਾ ਕੇ ਦਿੰਦਾ, ਕਿਸੇ ਨੂੰ ਕਿਸੇ ਦਫ਼ਤਰ 'ਚ ਗੇੜਾ ਨਹੀਂ ਮਾਰਨਾ। ਤੁਸੀਂ ਕਹਿੰਦੇ ਹੋ ਸਿੰਗਲ ਵਿੰਡੋ ਸਿਸਟਮ ਆਲਰੇਡੀ ਹੈ? ਬਿਲਕੁਲ ਹੈਗਾ, ਠੀਕ ਹੈ, ਉਹਨੂੰ ਇੰਪਰੂਵ ਕਰਨਾ ਚਾਹੁੰਦੇ। ਅਗਲੀ ਗੱਲ, ਮੈਂ ਇਹਨਾਂ ਵਾਂਗੂ ਕ੍ਰਿਟੀਸਾਈਜ਼ ਨਹੀਂ ਕਰਦਾ। ਮੈਂ ਅੱਜ ਇੱਕ ਗੱਲ ਸਨੀ ਆਹਲੂਵਾਲੀਆ ਸਾਹਿਬ ਨੂੰ ਜ਼ਰੂਰ, ਆਹਲੂਵਾਲੀਆ ਸਾਹਿਬ ਨੂੰ ਜ਼ਰੂਰ ਪੁੱਛੂੰਗਾ, ਜਦੋਂ ਬਿਜਲੀ ਦੇ ਰੇਟ ਘਟਾਏ ਸੀ ਨਾ, ਤਾਂ ਇਹ ਕਹਿੰਦੇ ਸੀ ਵੀ ਨਹੀਂ, ਮੈਂ ਇਹਨਾਂ ਦਾ ਨਾ ਇੱਕ ਇਹਨਾਂ ਦੇ ਬੁਲਾਰੇ ਆ, ਮੈਂ ਨਾਮ ਵੀ ਲੈ ਦੇਣਾ, ਮਿੱਤਲ ਸਾਹਿਬ ਆਉਂਦੇ ਸੀ, ਬਿੱਲ ਆ ਜੀ ਮੇਰੇ ਕੋਲੇ, ਮੇਰਾ ਇੱਕ ਦੋਸਤ ਹੈ ਇੰਡਸਟਰੀਅਲ, ਸਾਡੇ ਵੀ ਮਿੱਤਰ ਨੇ, ਕਿਸ ਦਾ ਬਿੱਲ ਹੁਣ ਵੀ ਵੱਧ ਆਇਆ ਹੋਊ, ਪਰ ਇਹਨਾਂ ਦੇ ਆਉਣ ਤੋਂ ਬਾਅਦ 2 ARR ਜਿਹੜੀਆਂ ਐਨੂਅਲ ਰੈਵਨਿਊ ਰਿਪੋਰਟ ਹੁੰਦੀਆਂ ਬਿਜਲੀ ਬੋਰਡ ਦੀਆਂ, ਉਹ ਜਾ ਚੁੱਕੀਆਂ ਨੇ। ਹੁਣ ਇਹ ਕਲੇਮ ਵੀ ਕਰਦੇ ਨੇ, ਹਾਂ ਅਸੀਂ 2200 ਦੀ ਸਬਸਿਡੀ ਇੰਡਸਟਰੀ ਨੂੰ ਦਿੰਦੇ ਆ। ਉਹ ਕਹਿੰਦੇ ਨਹੀਂ ਜੀ, ਇਹ ਤਾਂ ਦਿੰਦੇ ਹੀ ਨਹੀਂ, ਇਹ ਤਾਂ ਦਿੰਦੇ ਹੀ ਨਹੀਂ, ਝੂਠ ਬੋਲਦੇ ਆ। ਇਸ ਕਰਕੇ ਜੇ ਕੋਈ ਕੰਮ ਕਰਦਾ ਅਸੀਂ ਤਾਂ ਉਹਨੂੰ ਪ੍ਰੇਜ਼ ਵੀ ਕਰਦੇ ਆ। ਪਰ ਜਿਹੜੀ ਗੱਲ ਮੇਰਾ ਇਹਦੇ ਵਿੱਚ ਜ਼ਰੂਰ ਇਹ ਸਵਾਲ ਹੈ ਵੀ ਕੀ ਉਹ PVIP ਹੁਣ ਖਤਮ ਹੋ ਜਾਊਗਾ? ਵੀ ਹੁਣ ਤਾਂ ਆਪਾਂ ਜਾਵਾਂਗੇ ਸਟਾਂਪ ਫਰੋਸ਼ ਕੋਲੇ, ਠੀਕ ਹੈ, ਚਲੋ ਆਪਾਂ ਜਵਾਬ ਲੈ ਲੈਣੇ। ਪੇਪਰ ਨਹੀਂ, ਮੈਨੂੰ ਇਹ ਪੂਰਾ ਕਰ ਲੈਣ ਦਿਓ ਗੱਲ। ਸਟਾਂਪ ਫਰੋਸ਼ ਕੋਲੇ ਜਾਵਾਂਗੇ, ਪੁਆਇੰਟ ਰੱਖੋ ਤਾਂ ਕਿ ਮੈਂ ਜਵਾਬ ਲੈ ਸਕਾਂ, ਨਹੀਂ ਤਾਂ ਫਿਰ ਮਿਸ ਨਾ ਹੋ ਜਾਏ। ਮੈਂ ਇਸ ਕਰਕੇ ਕਹਿ ਰਿਹਾ, ਚਲੋ ਕਰ ਲਓ ਕੰਪਲੀਟ ਤੁਸੀਂ, ਕੋਈ ਦਿੱਕਤ ਨਹੀਂ। ਸਾਨੂੰ ਕਿਸੇ ਦਫ਼ਤਰ 'ਚ ਨਹੀਂ ਜਾਣਾ ਪਊਗਾ, ਉਹਦੇ ਨਾਲ ਸਾਡੀਆਂ ਸਾਰੀਆਂ ਪਰਮਿਸ਼ਨਾਂ ਹੀ ਹੋ ਗਈਆਂ। ਇਹ ਸਾਨੂੰ ਕਿਤੇ ਅਪਲਾਈ ਨਹੀਂ ਕਰਨਾ ਪਊਗਾ, ਹੋਰ ਨਹੀਂ ਕਰਨਾ ਪਊ, ਸਿਰਫ ਹਰੇ ਜਿਹੜਾ ਸਟਾਂਪ ਨਾਲ ਕੀ ਸਾਡੀਆਂ ਪਰਮਿਸ਼ਨਾਂ ਸਾਰੀਆਂ ਹੋ ਜਾਣਗੀਆਂ। ਠੀਕ ਹੈ, ਚਲੋ ਇੱਕ ਛੋਟਾ ਜਿਹਾ ਜਵਾਬ ਡਾਕਟਰ ਸਾਹਿਬ, ਮੈਂ ਬਾਕੀ ਮਹਿਮਾਨਾਂ ਦਾ ਫਿਰ ਰੁਕ ਕਰਾਂ। ਜੇ ਪਿਛਲੇ 5 ਸਾਲਾਂ 'ਚ ਇਹਨਾਂ ਦਾ ਦਫ਼ਤਰ ਕਹਿੰਦੇ ਬਣਿਆ ਹੋਇਆ ਸੀ ਤੇ ਕੰਮ ਕਿਉਂ ਨਹੀਂ ਕੀਤੇ ਉੱਥੇ? ਕਿਉਂ ਤੁਸੀਂ ਉਹਨਾਂ ਦੇ ਕੰਮ ਨਹੀਂ ਕੀਤੇ? ਮੈਂ ਤੁਹਾਨੂੰ ਐਗਜ਼ਾਮਪਲ ਦਿੱਤੇ ਹੈ, ਤੁਸੀਂ ਉਹ ਐਗਜ਼ਾਮਪਲ ਦਾ ਜਵਾਬ ਹੀ ਨਹੀਂ ਦਿੱਤਾ। ਤੁਹਾਡੇ ਟਾਈਮ ਦੀ ਗੱਲ ਕਰ ਰਿਹਾ ਮੈਂ, ਦੂਜਿਆਂ ਤੇ ਨਹੀਂ ਕਰ ਰਿਹਾ। ਤੁਹਾਨੂੰ ਮੈਂ 2 ਐਗਜ਼ਾਮਪਲ ਪੁੱਛੇ, ਉਹ ਬੰਦੇ ਨੂੰ ਤੁਸੀਂ ਪੁੱਛ ਸਕਦੇ ਹੋ। ਦੂਜੀ ਗੱਲ ਸੁਣੋ, ਤੁਸੀਂ ਬਾਰ-ਬਾਰ ਕਹਿੰਦੇ ਹੋ ਕਿ ਅਸੀਂ ਇਹ ਲਾਇਆ ਸੀ, ਉਹ ਲਾਇਆ ਤਾਂ ਤੁਸੀਂ ਸਾਰਾ ਕੁਝ ਸੀਗਾ, ਕੀਤਾ ਕੁਝ ਨਹੀਂ। ਪ੍ਰੋਬਲਮ ਤੇ ਹੈਗੀ ਹੈ, ਤੁਸੀਂ ਇਹ ਸਟੈਂਪ ਪੇਪਰ ਪੂਰੇ ਦੇਸ਼ ਕਹਿ ਰਹੇ ਨੇ ਕਿ ਸਿੰਗਲ ਵਿੰਡੋ ਸਿਸਟਮ ਵਾਲਾ ਆਲਰੇਡੀ ਹੈ, ਕਿਉਂਕਿ ਸਿੰਗਲ ਵਿੰਡੋ ਸਿਸਟਮ ਆਪਾਂ ਪਤਾ ਨਹੀਂ ਕਿੰਨੇ ਟਾਈਮ ਤੋਂ ਸੁਣਦੇ ਆ ਰਹੇ ਹਾਂ। ਮੈਨੂੰ ਲੱਗਦਾ ਕਿ ਕਾਂਗਰਸ ਦੇ ਟਾਈਮ ਤੋਂ ਪਹਿਲਾਂ ਵੀ ਆਪਾਂ ਸਿੰਗਲ ਵਿੰਡੋ ਸਿਸਟਮ ਦਾ ਪਹਿਲਾਂ ਜ਼ਿਕਰ ਕਰਦੇ ਰਹੇ।
ਕਿ ਸਿੰਗਲ ਵਿੰਡੋ ਸਿਸਟਮ ਹੈਗਾ, ਸਿੰਗਲ ਵਿੰਡੋ ਸਿਸਟਮ ਮੈਂ ਹੁਣ ਇਹਨਾਂ ਦਾ ਜਵਾਬ ਦੇਵਾਂ ਜੀ, ਸਿੰਗਲ ਮੈਂ ਇਹਨਾਂ ਦਾ ਜਵਾਬ ਦੇਵਾਂ ਜੀ। ਜੀ ਸਿੰਗਲ ਵਿੰਡੋ, ਮੈਂ ਆ ਰਿਹਾ ਸੁਖਦੇਵ ਜੀ, ਤੁਹਾਡੇ ਕੋਲ ਹੀ ਆਵਾਂਗਾ, ਬੇਫਿਕਰ ਹੋ। ਜੇ ਸਿੰਗਲ ਵਿੰਡੋ ਸਿਸਟਮ ਕਹਿੰਦੇ, ਇਹਨਾਂ ਨੂੰ ਪੁੱਛੋ ਵੀ ਪਿਛਲੇ 5 ਸਾਲਾਂ 'ਚ ਕਿੰਨੀ ਇਨਵੈਸਟਮੈਂਟ ਆਈ, ਕਿੰਨੀ ਇੰਡਸਟਰੀ ਆਈਆਂ। ਚਲੋ ਜਵਾਬ ਲੈ ਲਈ, ਮੈਂ ਜਵਾਬ ਲੈ ਲਿਆ। ਸੁਖਦੇਵ ਜੀ ਦੇਖੋ, ਦੋ ਐਗਜ਼ਾਮਪਲ ਉਹਨਾਂ ਨੇ ਦੇ ਦਿੱਤੀਆਂ ਸੀ। ਇੱਕ ਕੋਈ ਖੰਨਾ ਤੋਂ ਇੰਡਸਟਰੀ ਲਗਾਉਣਾ ਚਾਹੁੰਦੇ ਸੀ ਮੋਹਾਲੀ ਦੇ ਵਿੱਚ, ਖੰਨੇ ਦੇ ਰਹਿਣ ਵਾਲੇ ਨੇ, ਉਹ ਕਹਿੰਦੇ ਕਿ ਨਹੀਂ ਪੋਸੀਬਲ ਹੋਇਆ 3 ਸਾਲ ਦੇ ਵਿੱਚ। ਇਨਫੈਕਟ ਮੋਹਾਲੀ ਦੇ ਇੱਕ ਇੰਡਸਟਰੀਅਲਿਸਟ ਦਾ ਨਾਮ ਉਹਨਾਂ ਨੇ ਲੈ ਦਿੱਤਾ ਕਿ ਉਹਨਾਂ ਦੀ ਵੀ ਗੱਲ ਸਿਰੇ ਨਹੀਂ ਚੜੀ ਕਿ ਜੇ ਸਿੰਗਲ ਵਿੰਡੋ ਸੀ ਤਾਂ ਫਿਰ ਕਿਉਂ ਘੁੰਮਦੇ ਰਹੇ। ਮੈਂ ਨਾ ਅੱਜ ਨਾਮ ਲੈ ਦਿੱਤਾ, ਹੁਣ ਨਾਮ ਲੈਣ ਲੱਗਿਆ ਇੱਥੇ ਮਿਸਟਰ ਓਸਵਾਲ ਨੇ, ਔਰ ਉਹ ਬਹੁਤ ਵੱਡਾ ਪੰਜਾਬ ਦੀ ਉਹ ਹੈ, ਉਹ ਵਾਈਸ ਚੇਅਰਮੈਨ ਵੀ ਮੇਰੇ ਖਿਆਲ ਲਾਏ ਹੋਏ ਨੇ ਉਹਦੇ ਆਪਣੇ ਇਹਨਾਂ ਨੇ ਉਸ ਚ ਆਪਣੇ ਕੈਬਨਿਟ ਰੈਂਕ ਚ। ਉਹ ਆਪਦੀ ਇੰਡਸਟਰੀ ਕਹਿ ਕੇ ਲੈ ਕੇ ਚੱਲਿਆ ਬਾਹਰ, ਔਰ ਉਹਨਾਂ ਨੇ ਬਾਹਰ ਇਨਵੈਸਟਮੈਂਟ ਕੀਤੀ ਹੈ। ਇਹ ਮੈਂ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਕਹਿਣਾ, ਇੱਕ ਗੱਲ। ਦੂਜੀ ਗੱਲ ਜਿਹੜੀ ਮੈਂ ਇੱਕ ਗੱਲ ਇਹਨਾਂ ਨੂੰ ਪੁੱਛਦਾ, ਜੇ ਇਹ ਕਹਿੰਦੇ ਨਾ, ਮੈਂ ਇੱਕ ਗੱਲ ਕਰਦਾ ਵੀ 90,000 ਕਰੋੜ ਦੀ ਇਨਵੈਸਟਮੈਂਟ ਪਿਛਲੇ 5 ਸਾਲ ਦੀ ਕਾਂਗਰਸ ਗਵਰਨਮੈਂਟ ਦੀ ਹੈ, ਇਹ ਆਪਦੇ ਕਾਗਜ਼ ਕੱਢ ਲੈਣ, ਜੇ ਘੱਟ ਹੋਵੇ ਤਾਂ ਮੈਂ ਕਹਿ ਦਿੰਦਾ। ਅਗਲੀ ਗੱਲ ਹੁਣ ਮੇਰੀ ਤੁਸੀਂ ਨਾਮ ਲਓ ਨਾ, ਤੁਸੀਂ ਕੰਪਨੀਆਂ ਦੇ ਨਾਮ ਲਓ ਜਿਹੜੀ ਤੁਸੀਂ ਇਨਵੈਸਟਮੈਂਟ ਕਰਾਈ ਹੈ, ਨਾਮ ਲਓ ਕੰਪਨੀਆਂ ਦੇ, ਕਿੱਥੇ ਇੰਡਸਟਰੀ ਲੱਗੀ ਹੈ ਦੱਸੋ। ਉਹ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਤਾਂ ਇੱਕ ਕਰਕੇ ਲੋਕਾਂ ਨੂੰ ਪਤਾ ਲੱਗੇ। ਬੋਲਿਆ ਨਹੀਂ, ਦੇਖੋ ਠੀਕ ਹੈ ਸੁਖਦੇਵ ਜੀ, ਕੰਪਲੀਟ ਕਰ ਲਓ। ਜੈਬਾਨ ਜੀ ਔਰ ਪੀਰ ਮੁਹੰਮਦ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਬੁਲਾਇਆ ਕਰੋ, ਬਾਕੀਆਂ ਨੂੰ ਨਾ ਬੁਲਾਇਆ ਕਰੋ। ਨਹੀਂ ਚਲੋ ਆਪਾਂ ਸਾਰੇ ਨੇ ਗੱਲਬਾਤ ਕਰਨੀ ਹੈ, ਗੱਲਬਾਤ ਕਈ ਵਾਰ ਤਲਖੀ ਵੀ ਹੋ ਜਾਂਦੀ ਹੈ। ਗੁੱਸਾ ਨਾ ਕਰੋ, ਤੁਸੀਂ ਕਲੀਅਰ ਕਰ ਦਿਓ ਕਿ 90,000 ਕਰੋੜ ਦੇ ਵਿੱਚ ਕਿਹੜੀ ਇੰਡਸਟਰੀ ਆ ਗਈ। ਇਹਨਾਂ ਨੇ 1 ਸਾਲ ਚ ਜਿਹੜਾ ਕਹਿੰਦੇ ਆ ਨਾ ਵੀ ਉਹ, ਮੈਂ ਇੱਕ ਗੱਲ ਦਾ ਜਵਾਬ ਦੇ ਦੇਣ। ਇੱਕ ਰਾਜਨਦੀਪ ਸਿੰਘ ਹੈ ਬਠਿੰਡੇ ਤੋਂ, ਉਹਨੇ 540 937 ਨੰਬਰ ਨਾਲ 223 ਚ ਜਵਾਬ ਦਿੱਤਾ ਇਹਨਾਂ ਦੇ ਡਿਪਾਰਟਮੈਂਟ ਨੇ ਵੀ ਜਿਹੜੀ ਉਹਨੇ ਪੁੱਛਿਆ ਸੀ ਵੀ 1 ਸਾਲ ਦੇ ਵਿੱਚ ਕਿੰਨੀ ਇਨਵੈਸਟਮੈਂਟ ਆਈ ਹੈ, ਇਹ ਕਹਿੰਦੇ 0। ਇਹਦਾ ਤਾਂ ਜਵਾਬ ਹੈ ਇਸ ਪੱਤਰ ਨੰਬਰ ਨਾਲ। ਉਹਦਾ ਐਪਲੀਕੇਸ਼ਨ ਨੰਬਰ ਸੀਗਾ 537 739। ਜੇ ਮੈਂ ਕਿਤੇ ਗਲਤ ਹੋਵਾਂ ਤਾਂ ਮੈਂ ਇਸ ਗੱਲ ਦਾ ਦੇਣਦਾਰ ਹਾਂ। ਇਸ ਕਰਕੇ ਇੱਥੇ ਪਿਛਲੇ 5 ਸਾਲਾਂ 'ਚ ਕਿਹੜੀ ਇੰਡਸਟਰੀ ਆਈ ਹੈ ਉਹਦਾ ਜਵਾਬ ਹੀ ਨਹੀਂ ਦੇ ਰਹੇ। 5 ਸਾਲਾਂ 90,000 ਕਰੋੜ ਦੀ ਆ ਗਈ। ਨਹੀਂ, ਕਿਹੜੀ ਇੰਡਸਟਰੀ ਨਾਮ 90,000 ਕਰੋੜ ਦੀ ਨਾਮ ਦੱਸੋ। 90,000 ਕਰੋੜ ਦੀ ਕਿਹੜੀ ਇੰਡਸਟਰੀ ਆ ਗਈ ਦੱਸਦੇ, ਤੁਸੀਂ ਨਾਮ ਦੱਸੋ। ਨਾਮ ਹੀ ਨਹੀਂ ਦੱਸਦੇ, ਪੁੱਛੋ ਨਾਮ ਦੱਸੋ। ਇੱਕ ਇੱਕ ਕਰਕੇ ਗੌਰਵ ਜੀ ਨਾਮ ਦੱਸੋ। ਮੈਂ ਉਹੀ ਪੁੱਛਣ ਦੀ ਕੋਸ਼ਿਸ਼ ਕਰ ਰਿਹਾ। ਅਗਲੀ ਡਿਬੇਟ ਕਰੀ ਨਾਮ ਵੀ ਦੇਊਂਗਾ, ਕੱਲੀ ਇੰਡਸਟਰੀ ਦਾ ਨਾਮ ਦੇਊਗਾ। ਚਲੋ ਠੀਕ ਹੈ, ਥੋੜਾ ਜਿਹਾ ਹੋਲਡ ਕਰੋ ਹੁਣ ਪਲੀਜ਼। ਆਪਾਂ ਸਾਰਿਆਂ ਦਾ ਰੁਕ ਕਰੀਏ ਇੱਕ ਵਾਰੀ। ਜੈਬੰਸ਼ ਜੀ ਦਾ ਰੁਕ ਕਰਦਾ ਹੈ, ਉਸ ਤੋਂ ਬਾਅਦ ਪੀਰ ਮੁਹੰਮਦ ਜੀ ਕੋਲ ਜਾਵਾਂਗਾ। ਜੈਬੰਸ਼ ਜੀ, ਫਾਰਮੂਲਾ ਦੇਸ਼ ਦੇ ਵਿੱਚ ਕਿਤੇ ਲਾਗੂ ਨਹੀਂ ਹੋਇਆ, ਸਰਕਾਰ ਦਾਵਾ ਕਰ ਰਹੀ ਹੈ, ਕਹਿੰਦੇ ਅਸੀਂ ਕਰ ਦਿੱਤਾ। ਦਮਦਾਰ ਨਜ਼ਰ ਆ ਰਿਹਾ ਬੀਜੇਪੀ ਨੂੰ। ਹਾਂਜੀ, ਥੈਂਕ ਯੂ ਗੌਰਵ ਜੀ। ਦੇਖੋ, ਪਹਿਲੀ ਗੱਲ ਤੇ ਮੈਂ ਮੰਨਣਾ ਆਪਣੇ ਸੁਖਦੇਵ ਜੀ ਦੇ ਵਾਂਗੂ ਕਿ ਅਗਰ ਕੋਈ ਨਵਾਂ ਕੁਝ ਕੋਸ਼ਿਸ਼ ਕੀਤੀ ਹੈ ਤੇ ਬਾਅਦ 'ਚ ਹੀ ਪਤਾ ਲੱਗੇਗਾ ਕਿ ਉਹ ਸਕਸੈਸਫੁਲ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਤੇ ਅੱਜ ਤੇ ਅਸੀਂ ਐਵੇਂ ਹੀ ਕਰ ਰਹੇ ਹਾਂ, ਪਰ ਮੈਨੂੰ ਐਕਚੁਅਲੀ ਪੂਰੀ ਤਰ੍ਹਾਂ ਸਮਝ ਨਹੀਂ ਆਇਆ, ਕਿਉਂਕਿ ਸਾਰੀ ਜਿਹੜੀ ਲੈਂਡ ਦੀ ਪੂਰੀ ਜਿਹੜੀ ਸੈਂਕਸ਼ਨਸ ਨੇ ਉਹ ਤੇ ਪਹਿਲੇ ਹੀ ਹੋ ਜਾਣੀਆਂ ਨੇ, ਤੇ ਉਹਦੇ ਬਾਅਦ ਇਹਨਾਂ ਨੂੰ ਇੱਕ ਹਰਾ ਕਾਗਜ਼ ਦੇ ਕੇ ਤੇ ਉਹਦਾ ਫਾਇਦਾ ਕੀ ਹੋਏਗਾ। ਪ੍ਰੋਬਲਮ ਤੇ ਉਦੋਂ ਪੈਂਦੀ ਹੈ ਜਦੋਂ ਤੁਸੀਂ ਸੈਂਕਸ਼ਨਸ ਲੈਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਤੇ ਉਹ ਹਰਾ ਕਾਗਜ਼ ਦੇ ਕੇ ਮੈਨੂੰ ਲੱਗਦਾ ਹੈ ਪੂਰਾ ਆਪਟਿਕਸ ਹੈ। ਤੇ ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਇੱਥੇ ਹੁਣ ਬੜਾ ਇਹਨਾਂ ਦੋਵਾਂ ਨੇ ਇਹਨਾਂ ਦੀ ਬਹਿਸ ਹੋ ਗਈ। ਚਲੋ, ਕਾਂਗਰਸ ਦੇ ਟਾਈਮ ਕੁਝ ਆਇਆ ਕਿ ਨਹੀਂ ਆਇਆ ਉਹਨੂੰ ਤੇ ਛੱਡੋ, ਪਰ 1 ਸਾਲ 3-4 ਮਹੀਨੇ ਹੋ ਗਏ ਨੇ, ਹਜੇ ਤੱਕ ਆਮ ਆਦਮੀ ਪਾਰਟੀ ਦਾ ਕੁਝ ਨਹੀਂ ਆਇਆ। ਤੇ ਇਹਦਾ ਛਾਲਾ ਮਾਰ ਕੇ ਕਹਿਣਾ ਕਿ ਅਸੀਂ ਬੜੇ ਤਗੜੇ ਹਾਂ, ਉਦੋਂ ਹੀ ਕਹਿਣ ਜਦੋਂ ਕੁਝ ਇੱਥੇ ਆ ਜਾਏਗਾ। ਠੀਕ ਹੈ, ਇਹ ਦੂਸਰਾ ਪੁਆਇੰਟ ਹੈ। ਤੀਸਰਾ ਪੁਆਇੰਟ ਮੈਂ ਇਹ ਕਹਿ ਰਿਹਾ ਕਿ ਅੱਗਾ ਦੌੜ ਤੇ ਪਿੱਛਾ ਚੌੜ ਕਦੀ ਛੋਟੇ ਹੁੰਦੇ ਸੁਣਦੇ ਸੀਗੇ ਅਸੀਂ ਐਸੇ ਮੁਹਾਵਰੇ। ਤੁਹਾਡੇ ਜਿਹੜੇ ਇੱਥੇ MSME ਲੁਧਿਆਣੇ ਨੂੰ ਮੈਨਚੈਸਟਰ ਆਫ ਇੰਡੀਆ ਬੁਲਾਇਆ ਜਾਂਦਾ ਸੀਗਾ, ਇਹਦੇ ਵਿੱਚ ਕਾਂਗਰਸ ਵੀ ਇਨਵੋਲਡ ਹੈ, ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਸੀਂ ਵੀ ਇਨਵੋਲਡ ਹਾਂ। ਅਸੀਂ ਡਿਬੇਟ ਨੂੰ ਖੋਲੀਏ। ਲੁਧਿਆਣੇ ਨੂੰ ਮੈਨਚੈਸਟਰ ਬੁਲਾਇਆ ਜਾਂਦਾ ਸੀ, ਬਟਾਲਾ ਦੇ ਵਿੱਚ ਮਸ਼ੀਨ ਟੂਲ ਦੀਆਂ ਫੈਕਟਰੀਆਂ ਸੀਗੀਆਂ, ਬੰਦੀ ਗੋਬਿੰਦਗੜ੍ਹ ਦੇ ਵਿੱਚ ਫਰਨੇਸਿਸ ਸੀਗੀਆਂ, 300 ਫਰਨੇਸ ਤੋਂ 150 ਹੋ ਗਏ। ਤੁਸੀਂ ਆਪਣੇ ਜਿਹੜੇ ਇੱਥੇ ਤੁਹਾਡੇ ਤੇ ਵੀ ਆਰ ਦ ਬੈਸਟ ਐਂਟਰਪ੍ਰੀਨਰਸ ਆਫ ਦ ਵਰਲਡ, ਪੰਜਾਬੀ ਜਿਹੜੇ ਨੇ ਉਹ ਬੈਸਟ ਐਂਟਰਪ੍ਰੀਨਰਸ ਨੇ। ਤੁਸੀਂ ਆਪਣੇ ਐਂਟਰਪ੍ਰੀਨਰਸ ਨੂੰ ਕੁਝ ਦੇਣ ਵਾਸਤੇ ਤਿਆਰ ਨਹੀਂ, ਉਹਨਾਂ ਦਾ ਕੰਮ ਜਿਹੜਾ ਉਹ ਠੀਕ ਕਰਨ ਵਾਸਤੇ ਤੁਸੀਂ ਤਿਆਰ ਨਹੀਂ, ਉਹਨਾਂ ਦੀਆਂ ਜਿਹੜੀਆਂ ਬੰਦ ਫੈਕਟਰੀਜ਼ ਨੇ ਉਹਨਾਂ ਨੂੰ ਖੋਲਣ ਵਾਸਤੇ ਤਿਆਰ ਨਹੀਂ। ਨਵੀਂ ਜ਼ਮੀਨ ਦੀ ਕੀ ਜ਼ਰੂਰਤ ਹੈ, ਤੁਸੀਂ ਪਹਿਲੀਆਂ ਫੈਕਟਰੀਆਂ ਹੀ ਖੋਲ ਦਿਓ, ਜਾਂ ਜਿਹੜੀ ਪਹਿਲੀਆਂ ਫੈਕਟਰੀਆਂ ਹੈਗੀਆਂ ਨੇ ਅਗਰ ਉਹ ਨਹੀਂ ਚੱਲ ਰਹੀਆਂ ਨੇ ਬਿਕੋਜ਼ ਆਫ ਸਰਟਨ ਕੰਪੀਟੀਸ਼ਨ, ਤੇ ਉਹਨਾਂ ਨੂੰ ਕਹੋ ਕਿ ਆਪਣਾ ਟ੍ਰੇਡ ਚੇਂਜ ਕਰਨ। ਤੇ ਪਰ ਨੋਡਲ ਸੈਂਟਰ ਜਿਹੜਾ ਉਹਨੂੰ ਤੇ ਉੱਥੇ ਹੀ ਰੱਖੋ ਨਾ ਜੀ। ਉਹ ਤੇ ਅਸੀਂ ਕੀਤਾ ਨਹੀਂ। ਫਿਰ ਇੰਡਸਟਰੀ ਨੂੰ ਜੋ ਦੇਣਾ ਚਾਹੀਦਾ ਹੈ। ਸਭ ਤੋਂ ਵੱਡੀ ਪ੍ਰੋਬਲਮ ਇੰਡਸਟਰੀ ਦੀ ਹੈਗੀ ਹੈ ਬਿਜਲੀ ਦੀ। ਬਿਜਲੀ ਤੁਸੀਂ ਦੇ ਨਹੀਂ ਸਕਦੇ। ਲਾਅ ਐਂਡ ਆਰਡਰ ਤੁਹਾਡਾ ਬਿਲਕੁਲ ਡਾਊਨ ਹੈ। ਕਰਪਸ਼ਨ ਐਂਡ ਐਕਸਟੋਰਸ਼ਨ ਜ਼ਿਆਦਾ ਹੈ, ਉਹਦੇ ਕਾਰਨ ਲੋਕਾਂ ਦਾ ਉਹ ਸੈਂਟੀਮੈਂਟ ਨਹੀਂ ਬਣ ਰਿਹਾ ਇੱਥੇ ਕਰਨ ਵਾਸਤੇ।
ਤੇ ਆਰਬਿਟਰਰੀ ਪਾਲਿਸੀਜ਼ ਨੇ, ਕਦੀ ਹਰੇ ਰੰਗ ਤੇ ਕਦੀ ਚਿੱਟਾ ਰੰਗ ਤੇ ਕਦੀ ਪੀਲਾ ਰੰਗ ਕਰਕੇ, ਤੇ ਤੁਸੀਂ ਪਹਿਲੀ ਵਾਰ ਕਰਕੇ there is no seriousness as far as the industrial policy of Punjab is concerned। ਤੇ ਉਸ ਸੀਰੀਅਸਨੈਸ ਨੂੰ ਲੈ ਕੇ ਆਉਣ ਵਾਸਤੇ ਤੁਹਾਨੂੰ ਬੇਸਿਕਸ ਦੇ ਵਿੱਚ ਤੇ ਗ੍ਰਾਸ ਰੂਟਸ ਦੇ ਵਿੱਚ ਜਾਣਾ ਪਏਗਾ। ਗ੍ਰਾਸ ਰੂਟਸ ਦੇ ਵੱਲ ਕੋਈ ਨਹੀਂ ਦੇਖ ਰਿਹਾ। ਜਿਹੜਾ ਇੱਥੇ ਏਡਾ ਹਾਲ ਬੁਰਾ ਹੋ ਗਿਆ ਹੈ, ਏਡਾ ਵੱਡਾ ਵੀਵਰ, ਅੱਛਾ ਇੱਥੇ ਡਰਾਈ ਪੋਰਟ ਸੀਗਾ, ਡਰਾਈ ਪੋਰਟ ਵੀ ਬੰਦ ਹੋ ਗਿਆ ਆਲਮੋਸਟ, ਕਿਉਂਕਿ ਕੁਝ ਪ੍ਰੋਡਿਊਸ ਹੀ ਨਹੀਂ ਹੁੰਦਾ। ਅਸੀਂ ਇਸ ਵੇਲੇ ਨਾ ਗੌਰਵ ਜੀ, ਵੀ ਆਰ ਗੋਇੰਗ ਇਨਟੂ ਦ ਸੈਕੰਡ ਫੇਜ਼ ਆਫ ਦ ਫੋਰਥ ਫੇਜ਼ ਆਫ ਇੰਡਸਟਰੀਲਾਈਜੇਸ਼ਨ। ਇਹ ਨੌਲੇਜ ਬੇਸਡ ਇੰਡਸਟਰੀ ਹੈ, ਡਿਜੀਟਲ ਟੈਕਨੋਲੋਜੀ ਬੇਸਡ ਇੰਡਸਟਰੀ ਹੈ। ਇਹਦੇ ਵਾਸਤੇ ਸਾਡੇ ਬੱਚਿਆਂ ਨੂੰ ਤਿਆਰ ਹੋਣਾ ਚਾਹੀਦਾ ਹੈ। ਕਿੱਥੇ ਉਹਨਾਂ ਨੂੰ ਤੁਸੀਂ ਤਿਆਰ ਕਰ ਰਹੇ ਹੋ ਨੌਲੇਜ ਐਂਡ ਟੈਕਨੋਲੋਜੀਕਲ ਬੇਸਡ ਇੰਡਸਟਰੀ ਦੇ ਵਾਸਤੇ? ਅਸੀਂ ਸਿਰਫ 3 ਕਰੋੜ ਬੰਦੇ ਹੈਗੇ ਆ। ਸਾਡੇ 2 ਅੱਛੀਆਂ ਇੰਡਸਟਰੀਜ਼ ਆ ਜਾਣ ਨਾ, 2 ਅੱਛੀਆਂ ਨੌਲੇਜ ਬੇਸਡ ਇੰਡਸਟਰੀ ਆ ਜਾਏ, ਅਸੀਂ ਇੱਕ ਬਹੁਤ ਹੀ ਵਾਈਬ੍ਰੈਂਟ ਸਟੇਟ ਬਣ ਸਕਨੇ ਆ। ਤੁਸੀਂ ਡੈਨਮਾਰਕ ਨੂੰ ਦੇਖੋ, ਇੱਕੋ ਚੀਜ਼ ਹੈ ਉਹਨਾਂ ਦੇ ਕੋਲ, ਡੇਅਰੀ ਪ੍ਰੋਡਕਟਸ, ਉਹਦੇ ਨਾਲ ਹੀ ਉਹਨਾਂ ਨੇ ਪੂਰੀ ਦੁਨੀਆ ਨੂੰ ਡੋਮੀਨੇਟ ਕੀਤਾ ਹੋਇਆ। ਐਸੀ ਕੋਈ ਵਿਜ਼ਨਰੀ ਥਿੰਕਿੰਗ ਤੇ ਨਾ ਕਾਂਗਰਸ ਦੀ ਸੀਗੀ, ਸਾਡੀ ਵੀ ਨਹੀਂ ਸੀਗੀ। ਪੀਰ ਮੁਹੰਮਦ ਜੀ ਨਾਲ ਬੈਠੇ ਹੋਏ ਨੇ, ਵੈਸੇ ਅਸੀਂ ਤੇ ਇੰਡਸਟਰੀ 'ਚ ਡੀਲ ਨਹੀਂ ਸੀ ਕਰਦੇ ਬੀਜੇਪੀ, ਤੇ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਤੇ ਬਿਲਕੁਲ ਹੈ ਹੀ ਨਹੀਂ ਹੈ। ਮੇਰੇ ਹਿਸਾਬ ਦੇ ਨਾਲ ਇਹ ਆਪਟਿਕਸ ਦੇ ਨਾਲ ਕੁਝ ਨਹੀਂ ਬਣੇਗਾ। ਸਾਨੂੰ ਮਾਡਲਸ ਦੇਖਣੇ ਚਾਹੀਦੇ ਨੇ। ਇਹ ਜਿਹੜਾ ਹੁਣ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਗੁਜਰਾਤ ਦੇ ਵਿੱਚ 3 ਦਿਨਾਂ ਦੇ ਵਿੱਚ ਦੇ ਦਿੱਤੀ ਸੀਗੀ, ਕੀ ਕਹਿੰਦੇ ਨੇ, ਪਰਮਿਸ਼ਨ ਨੈਨੋ ਦੇ ਵਾਸਤੇ ਟਾਟਾ ਨੂੰ। ਦੇ ਸ਼ੁੱਡ ਫੋਲੋ ਦ ਮਾਡਲਸ, ਉਹ ਸਟੇਟਸ ਦੇ ਮਾਡਲ ਲੈਣ ਜਿਹੜੀ ਸਕਸੈਸਫੁਲੀ ਇੰਡਸਟਰੀਅਲਾਈਜ਼ਡ ਨੇ। ਗੁਜਰਾਤ ਹੈ, ਮੱਧ ਪ੍ਰਦੇਸ਼ ਹੈ, ਇਹਨਾਂ ਦੇ ਇਹ ਸਾਰੇ ਸਾਡੇ ਸਟੇਟਸ ਨੇ। ਇਸ ਵੇਲੇ ਯੂਪੀ ਹੋ ਰਿਹਾ ਹੈ, ਇਟ ਇਜ਼ ਬਿਕਮਿੰਗ ਰੈਪਿਡਲੀ ਇੰਡਸਟਰੀਅਲਾਈਜ਼ਡ। ਸੋ ਕੋਈ ਇੱਕ ਮਾਡਲ ਹੈ। ਤੁਹਾਨੂੰ ਲੱਗਦਾ ਕਿ ਇਹ ਜਿਹੜੀਆਂ ਵਿਜ਼ਨ ਹੋਣਾ ਚਾਹੀਦਾ ਜਿਸ ਤਰੀਕੇ ਦਾ, ਉਹ ਇਸ ਸਟੈਪਸ ਦੇ ਨਾਲ ਤੁਹਾਨੂੰ ਨਹੀਂ, ਵਿਜ਼ਨ ਨਹੀਂ ਦਿਖਦਾ ਕਿ ਉਹ ਉਸ ਵਿਜ਼ਨ ਵਾਲੇ ਪਾਸੇ ਆਪਾਂ ਨਹੀਂ ਜਾ ਰਹੇ, ਕਿ ਦੂਰ ਦ੍ਰਿਸ਼ਟੀ ਤੁਹਾਨੂੰ ਨਹੀਂ ਲੱਗ ਰਹੀ? ਉਹ ਇੱਕ ਛੋਟਾ ਜਿਹਾ ਸਟੈਪ ਹੈ, ਉਹਦੇ ਨਾਲ ਤੁਸੀਂ ਆਪਟਿਕਸ ਕਰਕੇ ਇੱਥੇ ਬੈਠੇ ਆ। ਮੈਂ ਤੁਹਾਨੂੰ ਸਾਰਾ ਕੁਝ ਗਿਣਾਤਾ ਹੈ। ਵਾਟ ਆਰ ਦੇ ਡੂਇੰਗ ਫॉर ਐਸਐਮਈ, ਵਾਟ ਆਰ ਦੇ ਡੂਇੰਗ ਫॉर ਆਪਾਂ ਜਵਾਬ ਲਵਾਂਗੇ ਸਰ। ਵਾਟ ਆਰ ਦੇ ਡੂਇੰਗ ਫॉर ਵੈਲਿਡ ਪੁਆਇੰਟ ਹੈ। ਤੁਸੀਂ ਜੋ ਬੰਦੇ ਰੋਂਦੇ ਪਏ ਨੇ, ਯਾਰ ਸਾਨੂੰ ਪੰਜਾਬੀਆਂ ਨੂੰ ਦੋ, ਤੁਸੀਂ ਬਾਹਰੋਂ ਬੁਲਾਉਣ ਦੀ ਕੋਸ਼ਿਸ਼ ਨਾ ਕਰੋ, ਪੰਜਾਬੀਆਂ ਨੂੰ ਦੋ। ਬਿਲਕੁਲ। ਡਾਕਟਰ ਸਾਹਿਬ ਥੋੜਾ ਜਿਹਾ ਵੇਟ ਕਰੋ, ਇਕੱਠੇ ਜਵਾਬ ਦਿਓ। ਇੱਕ ਵਾਰੀ ਪੀਰ ਮੁਹੰਮਦ ਜੀ ਦਾ ਮੈਂ ਰੁਕ ਕਰ ਲਵਾਂ। ਪੀਰ ਮੁਹੰਮਦ ਸਾਹਿਬ, ਇੰਡਸਟਰੀ ਪੰਜਾਬ ਦੇ ਵਿੱਚ ਆਵੇ, ਲੋਕਾਂ ਨੂੰ ਰੋਜ਼ਗਾਰ ਮਿਲੇ, ਆਪਾਂ ਸਾਰੇ ਚਾਹੁੰਦੇ ਹਾਂ। ਹਾਲਾਂਕਿ ਉਸ ਦੇ ਵਿੱਚ ਵੀ ਬੜੇ ਕਿੰਤੂ ਪਰੰਤੂ ਪਿਛਲੇ ਕੁਝ ਸਮੇਂ ਦੇ ਵਿੱਚ ਦੇਖਣ ਨੂੰ ਮਿਲੇ ਨੇ। ਇਹ ਸਟੈਪ ਕੀ ਬਾਕੀ ਅਕਾਲੀ ਦਲ ਨੂੰ ਲੱਗਦਾ ਹੈ ਕਿ ਕੋਈ ਕ੍ਰਾਂਤੀ ਵਾਲਾ ਸਟੈਪ ਸਾਬਿਤ ਹੋ ਸਕਦਾ ਹੈ ਜੇ ਗ੍ਰੀਨ ਕਲਰ ਦੇ ਸਟੈਂਪ ਪੇਪਰਸ ਮਿਲਦੇ ਨੇ? ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਵਾਸੀਆਂ ਨੂੰ ਕੀ ਲੱਗਦਾ ਹੈ, ਉਹ ਇਹ ਲੱਗ ਰਿਹਾ ਹੈ ਕਿ ਇਸ ਵੇਲੇ ਸਾਡਾ ਵਪਾਰੀ ਵਰਗ ਜਿਹੜਾ ਇੰਡਸਟਰੀਲਿਸਟ ਹੈ, ਉਹ ਆਪਣੀ ਜਾਨ ਮਾਲ ਦੀ ਸੁਰੱਖਿਆ ਚਾਹੁੰਦਾ, ਲੇਕਿਨ ਉਹਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ। ਇਹਨਾਂ ਨੇ ਤਾਂ ਹੁਣ ਹਰਾ ਸਟਾਂਪ ਪੇਪਰ ਦੀ ਗੱਲ ਕੀਤੀ ਹੈ, ਲੇਕਿਨ ਜਿਹੜਾ ਰੈੱਡ ਸਟਾਂਪ ਪੇਪਰ ਫਰੌਤੀਆਂ ਲੈਣ ਵਾਲਿਆਂ ਗੈਂਗਸਟਰਾਂ ਵੱਲੋਂ ਜਿਹੜੀਆਂ ਧਮਕੀਆਂ ਦੇ ਰੂਪ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਪਹਿਲਾਂ ਹੀ ਪਹੁੰਚਿਆ ਹੋਇਆ, ਉਸ ਦੇ ਬਾਰੇ ਕੀ ਇੱਛਾ ਸ਼ਕਤੀ ਕੀ ਇਹਨਾਂ ਨੇ ਉਹਨਾਂ ਵਪਾਰੀਆਂ ਨੂੰ ਜਿਹੜੇ ਲੁਧਿਆਣੇ ਤੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆ ਰਾਜ ਜੋਗੀ ਦੇ ਪਾਸ ਜਾ ਕੇ ਕਹਿੰਦੇ ਨੇ ਕਿ ਸਾਨੂੰ ਦਿੱਤਾ ਜਾਵੇ ਜੀ, ਅਸੀਂ ਇੰਡਸਟਰੀ ਆਪਣੀ ਸ਼ਿਫਟ ਕਰਨਾ ਚਾਹੁੰਦੇ ਹਾਂ, ਪੰਜਾਬ ਤੋਂ ਸ਼ਿਫਟ ਕਰਕੇ ਉੱਤਰ ਪ੍ਰਦੇਸ਼ ਲੈ ਕੇ ਜਾਣਾ ਚਾਹੁੰਦੇ ਆ, ਜਾਂ ਹਿਮਾਚਲ ਦੇ ਵਿੱਚ ਬੱਦੀ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆ। ਕੀ ਉਹਨਾਂ ਦੇ ਬਾਰੇ ਮੁੱਖ ਮੰਤਰੀ ਸਾਹਿਬ ਜਾਂ ਇਹਨਾਂ ਦੀ ਕੈਬਨਿਟ ਜਾਂ ਇਹਨਾਂ ਦੀ ਸਰਕਾਰ ਨੇ ਕੋਈ ਡਿਸੀਜਨ ਲਿਆ, ਕੋਈ ਉਹਦੇ ਤੇ ਬਿਆਨ ਦਿੱਤਾ? ਤੁਸੀਂ ਇਹ ਦੇਖੋ, ਇਹ ਜਿਹੜਾ ਡਰਾਮੇਬਾਜ਼ੀ ਹੈ ਨਾ, ਇਹ ਲੰਮੇ ਸਮੇਂ ਤੋਂ ਚੱਲ ਰਹੀ ਜੀ। ਹਰਾ ਪੇਪਰ ਜੀ, ਆਹ ਪੇਪਰ ਦੇਖੋ, 1 ਸਾਲ ਦੇ ਵਿੱਚ ਇਹਨਾਂ ਕੋਲ, ਗੌਰਵ ਜੀ ਇਹ ਪੁੱਛੋ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਕਿੰਨੀ ਇੰਡਸਟਰੀ ਲਿਆਂਦੀ ਹੈ ਤੇ ਕਿੰਨੀ ਇੱਥੋਂ ਇੰਡਸਟਰੀ ਗਈ ਹੈ। ਇਹ 2 ਚੀਜ਼ਾਂ ਦਾ ਜਵਾਬ ਜਿਹੜੇ ਪਾਰਟੀ ਦੇ ਸਪੋਕਸਪਰਸਨ ਬੈਠੇ ਨੇ, ਇਹ ਪੰਜਾਬ ਵਾਸੀਆਂ ਨੂੰ ਦੇਣ, ਲੋਕਾਂ ਨੂੰ ਦੇਣ ਕਿ ਇਹਨਾਂ ਨੇ 1 ਸਾਲ ਦੇ ਵਿੱਚ, ਹੁਣ 1.5 ਸਾਲ ਹੋ ਚੱਲਿਆ ਸਰਕਾਰ ਬਣੀ ਨੂੰ, ਕਿ ਇਹਨਾਂ ਨੇ ਕਿੰਨੀ ਇੰਡਸਟਰੀ ਇੱਥੇ ਲੈ ਕੇ ਆਏ ਨੇ, ਉਸ ਦਾ ਜਵਾਬ ਇਹ ਦੇ ਦੇਣ। ਦੂਜੀ ਗੱਲ ਇਹ ਆ ਕਿ ਜਿਹੜਾ ਇਹ ਵਾਰ-ਵਾਰ ਕਹਿ ਰਹੇ ਨੇ ਜੀ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ, ਭ੍ਰਿਸ਼ਟਾਚਾਰ ਦੇ ਤਹਿਤ ਇਹਨਾਂ ਨੇ ਆਪਣੇ ਮੰਤਰੀ ਆਪ ਹੀ ਫੜ ਕੇ ਅੰਦਰ ਦਿੱਤਾ। ਭ੍ਰਿਸ਼ਟਾਚਾਰ ਦੇ ਤਹਿਤ ਹੀ ਮੰਤਰੀ ਜਿਹੜਾ ਉਹ ਕੈਬਨਿਟ ਦੇ ਵਿੱਚੋਂ ਬਾਹਰ ਗਿਆ, ਫੌਜਾ ਸਿੰਘ ਸਰਾਰੀ। ਇਸ ਕਰਕੇ ਇਹ ਕਿਹੜੇ ਭ੍ਰਿਸ਼ਟਾਚਾਰ ਗੱਲ ਕਰਦੇ? ਇਹਨਾਂ ਦੇ ਐਮਐਲਏ ਬਠਿੰਡੇ ਤੋਂ, ਉਹ ਜਿਹੜੇ ਆ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਨੇ, ਕਿੰਨਿਆਂ ਦੇ ਉੱਪਰ ਹੋਰ ਦੋਸ਼ ਲੱਗਦੇ ਨੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਬਾਅਦ ਪਹਿਲਾਂ ਜਿਹੜੀ ਮੇਨ ਗੱਲ ਇਹ ਆ ਕਿ ਇੱਥੇ ਸੁਰੱਖਿਆ ਚਾਹੁੰਦਾ ਸੂਬੇ ਦੇ ਵਿੱਚ ਲੋਕ, ਹਰ ਇੱਕ ਨਾਗਰਿਕ, ਇੱਥੇ ਤਾਂ ਆਮ ਨਾਗਰਿਕ ਇੰਡਸਟਰੀ ਜਿੰਨੇ ਠੀਕ ਹੈ, ਪੁਆਇੰਟ ਤੁਹਾਡਾ ਵੈਲਿਡ ਹੈ। ਮੈਂ ਪੀਰ ਮੁਹੰਮਦ ਸਾਹਿਬ ਇੱਕ ਹੋਰ ਚੀਜ਼ ਐਡ ਕਰ ਦਵਾਂ, ਤੁਹਾਨੂੰ ਨਹੀਂ ਲੱਗਦਾ ਕਿ ਜੇ ਇੰਡਸਟਰੀ ਇੱਥੇ ਨਹੀਂ ਆ ਰਹੀ ਜਾਂ ਫਿਰ ਇੱਥੋਂ ਪਲਾਇਨ ਕਰ ਰਹੀ ਹੈ ਤਾਂ ਇਹ ਧਰਨੇ ਵੀ ਤਾਂ ਹੈਗੇ ਨੇ ਇੱਕ ਨਾ? ਇਹ ਧਰਨਿਆਂ ਦੀ ਵਜ੍ਹਾ ਦੇ ਨਾਲ ਵੀ ਆਪਾਂ ਕਈ ਵਾਰ ਖੁੱਲ ਕੇ ਗੱਲ ਨਹੀਂ ਕਰਦੇ, ਉਹ ਵੀ ਆਪਾਂ ਨੂੰ ਕਰਨੀ ਤਾਂ ਹੋਏਗੀ ਨਾ, ਖੁੱਲ ਕੇ ਗੱਲ ਕਰੀਏ
ਕਿ ਨਿਤ ਲੱਗਦੇ ਧਰਨੇ ਪ੍ਰਦਰਸ਼ਨ ਕੀ ਇੰਡਸਟਰੀ ਵਾਲਿਆਂ ਨੂੰ ਕਹਿ ਨਹੀਂ ਰਹੇ ਕਿ ਨਾ ਹੋ, ਤੁਸੀਂ ਇੱਧਰ ਨਾ ਵੜਿਓ? ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਘਰੋਂ ਨਿਕਲੇ ਤੇ ਧਰਨਾ ਅੱਗੇ ਹੋਵੇ, ਕਿਹੜੀ ਇੰਡਸਟਰੀ ਦੇ ਬਾਹਰ ਧਰਨਾ ਲੱਗ ਜਾਣਾ? ਗੌਰਵ ਜੀ ਸਭ ਤੋਂ ਮੇਨ ਗੱਲ ਇਹ ਆ ਕਿ ਇਹ ਤਾਂ ਪਾਰਟੀ ਧਰਨਿਆਂ ਦੇ ਵਿੱਚੋਂ ਨਿਕਲੀ ਹੈ। ਇਹਨਾਂ ਨੇ ਤਾਂ ਆਪ ਧਰਨੇ ਲਗਾ ਉਸ ਮੁਜ਼ਾਹਰੇ ਕਰ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਅੱਜ ਲੋਕ ਆਪਣੀ ਡਿਮਾਂਡ ਲੈ ਕੇ ਜਾਂਦੇ ਆ ਤੇ ਕਹਿੰਦੇ ਆ ਕਿ ਤੁਸੀਂ ਧਰਨੇ ਕਿਉਂ ਲਗਾ ਰਹੇ ਹੋ? ਇਹ ਧਰਨੇ ਲੱਗ ਕਿਉਂ ਰਹੇ ਨੇ? ਠੀਕ ਹੈ ਨਾ, ਇੰਪੈਕਟ ਗੱਲ ਇਹ ਹੈ ਨਾ ਸਰ ਕਿ ਮੈਂ ਇਸ ਕਰਕੇ ਵੀ ਇਹ ਗੱਲ ਕਰ ਰਿਹਾ, ਡਾਕਟਰ ਸਾਹਿਬ ਤੁਸੀਂ ਜਵਾਬ ਜ਼ਰੂਰ ਦੇ ਦਿਓ। ਇਹ ਹਰੇ ਰੰਗ ਦੇ ਸਟੈਂਪ ਪੇਪਰ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਪਰ ਹਰਾ ਝੰਡਾ ਲੈ ਕੇ ਵੀ ਕਈ ਵਾਰ ਫੈਕਟਰੀ ਦੇ ਬਾਹਰ ਆ ਕੇ ਖੜ ਜਾਂਦੇ ਨੇ ਲੋਕ। ਮੁੱਖ ਮੰਤਰੀ ਨੇ ਜ਼ਿਕਰ ਕੀਤਾ ਨਾ ਕੱਲ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ। ਪੀਰ ਮੁਹੰਮਦ ਜੀ ਨਹੀਂ, ਦੇਖੋ ਮੈਂ ਇਹੋ ਹੀ ਗੱਲ ਕਹਿ ਰਿਹਾ ਕਿ ਅੱਜ ਜਿਹੜੀ ਇਹ ਆ ਕਿ ਇੱਕ ਵਾਤਾਵਰਨ, ਇੱਕ ਮਾਹੌਲ ਤਿਆਰ ਕਰਨਾ ਪਵੇਗਾ, ਉਹ ਤਾਂ ਇਹਨਾਂ ਦੇ ਕੋਲ ਹੈ ਹੀ ਨਹੀਂਗਾ। ਤੁਸੀਂ ਇਹ ਦੇਖੋ, ਮੁੱਖ ਮੰਤਰੀ ਸਾਹਿਬ ਆਪ ਮੰਨ ਰਹੇ ਨੇ ਕਿ ਥਾਂ ਦੇ ਉੱਤੇ ਧਰਨੇ, ਰੋਸ ਮੁਜ਼ਾਹਰੇ ਹੋ ਰਹੇ ਨੇ, ਪਰ ਇਹ ਕਿਉਂ ਹੋ ਰਹੇ ਨੇ? ਜਦੋਂ ਸਾਡੀ ਸਰਕਾਰ ਸੀ, ਜਦੋਂ ਇਸ ਤਰ੍ਹਾਂ ਦਾ ਕੋਈ ਵੀ ਸਟੈਪ ਚੁੱਕਦੇ ਸੀ ਤਾਂ ਇਹ ਉਸ ਗੱਲ ਦੇ ਉੱਤੇ ਕਟਾਸ ਕਰਦੇ ਸੀ, ਇਹ ਹਰ ਮਸਲੇ ਚੁੱਕਦੇ ਸੀ। ਲੇਕਿਨ ਅੱਜ ਜਦੋਂ ਕਿਸਾਨ ਯੂਨੀਅਨ ਆਪਣੀ ਮਸਲੇ ਨੂੰ ਲੈ ਕੇ ਗੱਲ ਕਰਦੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਕਰਦਾ, ਜੋ ਆਪੋਜੀਸ਼ਨ ਤੋਂ ਗੱਲ ਕਰਦੀ ਹੈ, ਤਾਂ ਉਦੋਂ ਇਹ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ। ਇਹ ਕਿਸ ਤਰ੍ਹਾਂ ਦਾ? ਤੁਹਾਡਾ ਪੁਆਇੰਟ ਆ ਗਿਆ। ਮੈਂ ਐਕਚੁਅਲੀ ਇਹ ਵੀ ਚਾਹ ਰਿਹਾ ਕਿ ਡੀਰੇਲ ਨਾ ਹੋ ਜਾਈਏ ਆਪਾਂ, ਲੇਕਿਨ ਇੰਡਸਟਰੀ ਜਦੋਂ ਜ਼ਿਕਰ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਨਹੀਂ ਆਏਗੀ, ਤਾਂ ਫਿਰ ਜਿਹੜੇ ਪੁਆਇੰਟਸ ਹੈਗੇ ਨੇ ਉਹਨਾਂ ਦੇ ਉੱਤੇ ਖੁੱਲ ਕੇ ਗੱਲਬਾਤ ਹੋਣੀ ਜ਼ਰੂਰੀ ਹੈ। ਹੋ ਸਕਦਾ ਹੈ ਕਿ ਕਈਆਂ ਨੂੰ ਧਰਨੇ ਵਾਲੀ ਗੱਲ, ਅੱਜ ਡਿਬੇਟ ਵੀ ਸੁਣ ਰਹੇ ਇਹਨਾਂ ਨੂੰ ਠੀਕ ਨਾ ਲੱਗ ਰਹੀ ਹੋਵੇ, ਪਰ ਇੱਕ ਫੈਕਟ ਹੈ, ਇਹ ਆਪਾਂ ਨੂੰ ਗੌਰ ਕਰਨਾ ਹੋਏਗਾ, ਬਹੁਤ ਖੁੱਲੇ ਦਿਲ ਦੇ ਨਾਲ ਇਸ ਦੇ ਉੱਤੇ ਸੋਚਣਾ ਹੋਏਗਾ ਕਿ ਜੇ ਧਰਨੇ ਪ੍ਰਦਰਸ਼ਨਾਂ ਦੀ ਵਜ੍ਹਾ ਦੇ ਨਾਲ ਸੂਬੇ ਦਾ ਨੁਕਸਾਨ ਹੋ ਰਿਹਾ ਹੈ, ਉਸ ਦੀ ਵਜ੍ਹਾ ਕੁਝ ਵੀ ਹੋਵੇ, ਤਾਂ ਉਸ ਬਾਰੇ ਵੀ ਆਪਾਂ ਵਿਚਾਰ ਜ਼ਰੂਰ ਕਰੀਏ। ਡਾਕਟਰ ਸਾਹਿਬ ਮੈਂ ਵਾਪਸ ਡਿਬੇਟ ਦੇ ਉੱਤੇ ਆਣਾ, ਉਸੇ ਪੁਆਇੰਟ ਤੇ ਆਉਣਾ। ਸੀਰੀਅਸਨੈਸ ਦੀ ਕਮੀ ਹੈ, ਤੁਹਾਡੇ ਵਿਰੋਧੀ ਕਹਿ ਰਹੇ ਨੇ ਕਿ ਸੀਰੀਅਸਨੈਸ ਦੀ ਕਮੀ ਨਜ਼ਰ ਆਉਂਦੀ ਹੈ ਇੰਡਸਟਰੀ ਨੂੰ ਲੈ ਕੇ। ਦੇਖੋ ਜੀ, ਸਭ ਤੋਂ ਪਹਿਲਾਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦਾ ਮੈਂ ਧੰਨਵਾਦ ਵੀ ਕਰਦਾ ਕਿ ਇਹ ਦੋਨਾਂ ਨੇ ਕਿਹਾ ਕਿ ਚੰਗਾ ਸਟੈਪ ਹੈ। ਠੀਕ ਹੈ। ਅਕਾਲੀ ਦਲ ਦਾ ਪਤਾ ਕੀ ਹੈ, ਅਕਾਲੀ ਦਲ ਵਾਲੇ ਕ੍ਰਿਟਿਸਾਈਜ਼ ਕਿਉਂ ਕਰਦੇ ਨੇ? ਸਭ ਤੋਂ ਜ਼ਿਆਦਾ ਇੰਡਸਟਰੀ ਤੋਂ ਮੈਂ ਕਹਿ ਸਕਦਾ ਕਿ ਸਭ ਤੋਂ ਜ਼ਿਆਦਾ ਅਗਰ ਕਰਪਸ਼ਨ ਹੋਈ ਹੈ ਇੰਡਸਟਰੀ ਤੋਂ ਤੇ ਕਿਸ ਪਾਰਟੀ ਨੂੰ ਹੋਈ, ਉਹ ਸਭ ਨੂੰ ਪਤਾ ਹੈ। ਮੈਂ ਨਾਲ ਮੰਗਾ ਫਿਰ ਨਵਾਂ ਕੇਸ ਹੋਰ ਪਾਣਗੇ ਮੇਰੇ ਤੇ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੌਰਵ ਜੀ, ਸਭ ਤੋਂ ਵੱਡੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਨੇ ਇਸ ਚੀਜ਼ ਨੂੰ ਸੋਚਿਆ ਤੇ ਇੰਪਲੀਮੈਂਟ ਕੀਤਾ। ਮੇਰੇ ਤੋਂ ਬਾਰ-ਬਾਰ ਸਵਾਲ ਪੁੱਛੇ ਜਾ ਰਹੇ ਸੀ ਕਿੰਨੀ ਇੰਡਸਟਰੀ ਆ ਚੁੱਕੀ ਹੈ। ਟਾਟਾ ਸਟੀਲ ਦਾ ਸੈਕਿੰਡ ਲਾਰਜੈਸਟ ਪਲਾਂਟ ਲੁਧਿਆਣੇ 'ਚ ਲੱਗਣ ਜਾ ਰਿਹਾ ਹੈ। ਉਹ ਹੁਣ ਅਕਾਲੀ ਦਲ ਵਾਲੇ ਮੰਨਣ ਜਾਂ ਨਾ ਮੰਨਣ, ਪਰ ਉਹ ਲੱਗਣ ਜਾ ਰਿਹਾ, ਉਸ 'ਚ ਇੰਪਲੋਇਮੈਂਟ ਵੀ ਕਾਫੀ ਵੱਡੀ ਹੋਣ ਜਾ ਰਹੀ ਹੈ। ਅਕਾਲੀ ਦਲ ਜਿਹੜਾ ਹੈ ਇਹ ਸਿਰਫ ਆਪਣੀ ਇੰਡਸਟਰੀ ਚਲਾਉਣਾ ਚਾਹੁੰਦਾ। ਜਿੰਨੇ ਵੱਡੇ ਵੀ ਸਿਸਟਮ ਸੀਗੇ ਇਸ 'ਚ ਇਹਨਾਂ ਨੇ ਜਾਂ ਆਪਣੀ ਹਿੱਸੇਦਾਰੀਆਂ ਪਾਈਆਂ ਜਾਂ ਇਹਨਾਂ ਨੇ ਆਪਣੇ ਮਾਫੀਏ ਪਾਏ। ਮੈਂ ਅਟੈਕ ਨਹੀਂ ਕਰਨਾ ਚਾਹੁੰਦਾ, ਮੈਂ ਇਹਨਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਜੇ ਕੋਈ ਸਰਕਾਰ ਚੰਗਾ ਕੰਮ ਕਰ ਰਹੀ ਹੈ, ਤੁਹਾਡੇ ਨਾਲ ਬੈਠੇ ਨੇ ਭਾਰਤੀ ਜਨਤਾ ਪਾਰਟੀ ਵਾਲੇ, ਉਹਨਾਂ ਨੇ ਐਕਸੈਪਟ ਕੀਤੀ ਹੈ ਗੱਲ, ਪਰ ਤੁਸੀਂ ਕਿਉਂਕਿ ਤੁਸੀਂ ਵੀ 10 ਸਾਲ ਸਰਕਾਰ 'ਚ ਰਹੇ ਹੋ, ਤੁਸੀਂ ਲੇਕਿਨ ਇੰਡਸਟਰੀ ਬਾਰੇ ਕੀ ਸੋਚਿਆ ਤੁਹਾਡੇ ਟਾਈਮ ਤੇ? ਮੈਂ ਉਹਨਾਂ ਦੇ ਬਿਜ਼ਨਸ ਤੇ ਜਾਵਾਂਗਾ, ਮੈਂ ਇੱਕ ਕਰਕੇ ਜਵਾਬ ਲੈਣ ਦੀ ਕੋਸ਼ਿਸ਼ ਕਰਨਾ। ਮੈਂ 10 ਦਿਨਾਂ ਵਾਲੇ ਦੇ ਪੁਆਇੰਟ ਦੇ ਉੱਤੇ ਆਵਾਂ। ਉਹਨਾਂ ਨੂੰ ਵਧੀਆ ਲੱਗ ਰਿਹਾ ਹੈ ਕਿ ਕਿਸੇ ਨੇ ਸੋਚਿਆ ਕਿ ਜੀ ਅਸੀਂ ਇੰਡਸਟਰੀ ਲਗਾਣੀ ਹੈ ਪੰਜਾਬ ਦੇ ਵਿੱਚ, ਤੇ ਉਹਨਾਂ ਨੇ ਸੋਚਣ ਤੋਂ ਬਾਅਦ ਮੈਂ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਦੇਖ ਲਵਾਂ ਕਿ ਉਹਨਾਂ ਨੇ ਪੂਰੇ ਪੇਪਰ ਤਿਆਰ ਕਰਕੇ 20 ਮਈ ਨੂੰ ਇੱਕ ਆਪਣੀ ਫਾਈਲ ਲਗਾ ਦਿੱਤੀ। ਉਮੀਦ ਕਰੀਏ ਕਿ 30 ਮਈ ਤੱਕ ਸਭ ਕੁਝ ਕਲੀਅਰ ਹੋ ਜਾਏਗਾ ਗੌਰਵ ਜੀ, 10 ਦਿਨਾਂ ਦੇ ਵਿੱਚ। ਗੌਰਵ ਜੀ, ਮੁੱਖ ਮੰਤਰੀ ਮੈਂ ਸਮਝ ਰਿਹਾ ਸਰ, ਪਰ ਪੰਜਾਬ ਦੇਖੋ ਜਿਹੜਾ ਸਿਸਟਮ ਹੈ ਨਾ ਡਾਕਟਰ ਸਾਹਿਬ, ਤੁਸੀਂ ਸਹਿਮਤ ਹੋ ਸਕਦੇ ਹੋ ਸ਼ਾਇਦ ਇਸ ਦੇ ਨਾਲ, ਸ਼ਾਇਦ ਨਾ ਹੋਵੋ, ਪਰ ਕਹਿੰਦੇ ਕਿ ਸਰਕਾਰੀ ਕੰਮਾਂ ਦੇ ਵਿੱਚ 10 ਦਿਨ 'ਚ ਤਾਂ ਫਾਈਲ ਤੁਰਦੀ ਨਹੀਂ, ਇੱਕ ਟੇਬਲ ਤੋਂ ਦੂਜੇ ਟੇਬਲ ਤੱਕ। ਇਹੀ ਤਾਂ ਖਾਸੀਅਤ ਹੈ ਆਮ ਆਦਮੀ ਪਾਰਟੀ ਦੀ, ਇਹੀ ਤਾਂ ਖਾਸੀਅਤ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ। ਉਹ ਜਿਹੜੀ ਗੱਲ ਕਹਿੰਦੇ ਉਹਨੂੰ ਪੂਰਾ ਕਰਦੇ ਆ। ਇਹ ਕਹਿੰਦੇ ਸੀਰੀਅਸਨੈਸ ਨਹੀਂ। ਕਿਵੇਂ ਸ਼ੋਰਟੀ ਹੋਏਗੀ ਨਾ? ਤੁਹਾਨੂੰ ਇੰਡਸਟਰੀਅਲਿਸਟ ਬੈਠ ਕੇ ਸੁਣ ਰਹੇ ਨੇ ਇਸ ਸਮੇਂ, ਮੈਂ ਕਹਿ ਰਿਹਾ ਦੱਸੋ ਉਹਨਾਂ ਨੂੰ ਕਿਵੇਂ ਹੋਏਗੀ? 10 ਦਿਨ 'ਚ ਸ਼ੋਰਟੀ ਦੱਸੋ ਕਿਵੇਂ ਹੋਏਗੀ ਕਿ 10 ਦਿਨ 'ਚ ਫਾਈਲ ਬਿਲਕੁਲ ਕਲੀਅਰ ਹੋ ਕੇ ਸਾਰੀ ਐਨਓਸੀਜ਼ ਦੇ ਨਾਲ ਤੁਹਾਡੇ ਹੱਥ 'ਚ ਹਰਾ ਸਟੈਂਪ ਪੇਪਰ ਹੋਏਗਾ। ਗੌਰਵ ਜੀ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅੱਜ ਕੀ ਕਿਹਾ, ਟਵਿੱਟਰ ਤੇ ਕੀ ਲਿਖਿਆ ਤੇ ਕੀ ਕਿਹਾ? ਉਹਨਾਂ ਨੇ ਗੱਲ ਕਲੀਅਰ ਕੀਤੀ ਕਿ ਤੁਸੀਂ ਸਾਨੂੰ ਦੱਸੋਗੇ ਵੀ ਮੈਂ 20 ਏਕੜ ਜਗ੍ਹਾ ਇੱਥੇ ਪਸੰਦ ਕੀਤੀ ਹੈ, ਮੈਨੂੰ ਇੱਥੇ, ਉੱਥੋਂ ਜੇ ਕਲੀਅਰੈਂਸ ਮਿਲੂਗੀ 10 ਦਿਨ ਦੇ ਅੰਦਰ ਅੰਦਰ ਤੁਹਾਨੂੰ ਸਟੈਂਪ ਪੇਪਰ ਲਿੱਤਾ ਜਾਏਗਾ। ਹੁਣ ਜੇ ਤੁਸੀਂ ਇਸ ਗੱਲ ਦਾ ਇਹ ਕਹੋ ਕਿ 10 ਦਿਨਾਂ 'ਚ ਕਿਵੇਂ ਲਿੱਤਾ ਜਾਏਗਾ, ਤੇ ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ। ਇਹਦੇ ਅੰਦਰ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ, ਉਹਨੇ ਤੁਹਾਡੇ ਅੱਗੇ ਕਲੀਅਰ ਵੀ ਹੋ ਜਾਣਾ ਹੈ ਕਿ ਕਿਵੇਂ ਹੋਊਗਾ। ਔਰ ਭਗਵੰਤ ਸਿੰਘ ਮਾਨ ਨੇ ਕੱਲੇ ਅੱਜ ਨਹੀਂ ਕਿਹਾ, ਸਾਡੇ ਮੁੱਖ ਮੰਤਰੀ ਨੇ, ਇਹਨਾਂ ਨੇ ਇਨਵੈਸਟ ਪੰਜਾਬ ਤੋਂ ਵੀ ਗੱਲ ਕਹੀ ਸੀ। ਇੰਤਜ਼ਾਰ ਰਹੇਗਾ ਸਰ, ਇੰਤਜ਼ਾਰ ਰਹੇਗਾ ਕਿ 10 ਦਿਨਾਂ ਦੇ ਵਿੱਚ ਕੰਮ ਹੋਵੇ। ਪੀਰ ਮੁਹੰਮਦ ਜੀ, ਬਹੁਤ ਛੋਟੀ ਸਟੇਟਮੈਂਟ ਤੁਹਾਡੀ ਜ਼ਰੂਰੀ ਹੈ। ਤੁਹਾਡੇ ਉੱਤੇ ਸਿੱਧਾ ਇੱਕ ਤਰੀਕੇ ਨਾਲ ਸਿਆਸੀ ਵਾਰ ਹੈ ਕਿ ਜਿਹੜੀ ਇੰਡਸਟਰੀ ਆਉਂਦੀ ਹੈ ਤੁਹਾਨੂੰ ਉਸ ਤੋਂ ਬੜੀ ਦਿੱਕਤ ਹੋ ਰਹੀ ਹੈ। ਨਹੀਂ ਦੇਖੋ, ਇਹ ਇਹਨਾਂ ਦੀ ਸਿਰਫ ਇਲਜ਼ਾਮਬਾਜ਼ੀ ਤੋਂ ਸਿਵਾਏ ਜਾਂ ਡਰਾਮੇਬਾਜ਼ੀ ਤੋਂ ਸਿਵਾਏ ਇਹਨਾਂ ਦੇ ਕੋਲ ਕੁਝ ਹੈ ਹੀ ਨਹੀਂਗਾ।
ਮੈਂ ਜਿਹੜਾ ਸਵਾਲ ਕੀਤਾ ਉਹ ਪੁੱਛ ਕਰਤਾ। ਮੈਂ ਇਹ ਗੱਲ ਕਹਿ ਰਿਹਾ ਕਿ ਇਹ ਦੱਸਣ ਕਿ ਇਹ ਜਦੋਂ ਦੀ ਸਰਕਾਰ ਬਣੀ ਹੈ ਕਿੰਨੀ ਇੰਡਸਟਰੀ ਕੋਈ ਵੱਡਾ ਪ੍ਰੋਜੈਕਟ ਨਾਮ ਤਾਂ ਲੈਣ, ਜਿਵੇਂ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵਰਗੇ ਵੱਡੇ ਪ੍ਰੋਜੈਕਟ ਜਿਹੜੇ ਪੰਜਾਬ ਦੇ ਵਿੱਚ ਲਿਆਂਦੇ ਗਏ, ਜਾਂ ਹੋਰ ਜਿਹੜੇ ਮਸਲੇ ਤੁਸੀਂ ਦੇਖੋ 580 ਕਲੀਨਿਕ ਦੀ ਗੱਲ ਕਰਕੇ ਲੁਧਿਆਣੇ ਦੇ ਅੰਦਰ ਤੁਸੀਂ ਦੇਖੋ ਫ੍ਰਿਜ ਅਜੇ ਬਣਿਆ ਨਹੀਂ, ਉਹਦੇ ਥੱਲੇ ਇੰਨੀ ਕੁ ਐਡ ਕਰਕੇ 2-2.5 ਕਰੋੜ ਦੀ ਐਡ ਇਹਨਾਂ ਨੇ ਟਾਟਾ ਸਟੀਲ ਦਾ ਜਵਾਬ ਦਿੱਤਾ ਤੇ ਹੈ, ਟਾਟਾ ਸਟੀਲ ਦਾ ਜਵਾਬ ਦਿੱਤਾ ਨਹੀਂ। ਲੋਕਾਂ ਦਾ ਟੈਕਸ ਜਿਹੜਾ ਬਰਬਾਦ ਕਰ ਰਹੇ ਨੇ, ਕੋਈ ਲੋਕਾਂ ਨੂੰ ਜਿਹੜੀ ਸਹੂਲਤ ਮਿਲਣੀ ਚਾਹੀਦੀ। ਮਤਲਬ ਪੀਰ ਮੁਹੰਮਦ ਜੀ, ਤੁਹਾਨੂੰ ਲੱਗਦਾ ਹੈ ਕਿ ਪਿਛਲੇ 1 ਸਾਲ ਦੇ ਵਿੱਚ ਕੋਈ ਇੰਡਸਟਰੀ ਪੰਜਾਬ 'ਚ ਨਹੀਂ ਆਈ? ਉਹ ਕਹਿੰਦੇ ਕਿ ਟਾਟਾ ਸਟੀਲ ਦਾ ਦੂਜਾ ਦੇਸ਼ ਦਾ ਸਭ ਤੋਂ ਵੱਡਾ ਪਲਾਂਟ ਅਸੀਂ ਲੈ ਕੇ ਆਏ ਹਾਂ ਜੋ ਲੁਧਿਆਣੇ 'ਚ ਲੱਗਣ ਜਾ ਰਿਹਾ। ਇਹਨਾਂ ਨੇ ਨਾਮ ਲਿਆ ਸੀ, ਅਗਲੇ ਦਿਨ ਹੀ ਉਹਦਾ ਖੰਡਨ ਕਰ ਦਿੱਤਾ। ਮੁੱਖ ਮੰਤਰੀ ਸਾਹਿਬ ਨੇ ਇੱਕ ਇੰਡਸਟਰੀ ਦੀ ਗੱਲ ਕੀਤੀ ਸੀ ਉਹ ਟਾਟਾ ਵਾਲਿਆਂ ਦੀ, ਨਾਲ ਦੀ ਨਾਲ ਹੀ ਅਗਲਿਆਂ ਨੇ ਉਹਦਾ ਖੰਡਨ ਕਰ ਦਿੱਤਾ। ਖੰਡਨ ਹੋ ਗਿਆ। ਆਪਾਂ ਜਵਾਬ ਲੈ ਲਈਏ, ਛੋਟਾ ਜਵਾਬ ਰੱਖਿਓ। ਮੈਂ ਸੁਖਦੇਵ ਜੀ ਔਰ ਜੈਬਾਨ ਜੀ ਦਾ ਰੁਖ ਕਰਨਾ ਹੈ। ਦੇਖੋ ਡਾਕਟਰ ਸਾਹਿਬ, ਬੜੀ ਕਲੀਅਰ ਗੱਲ ਹੈ, ਟਾਟਾ ਸਟੀਲ ਨੇ ਇਹ ਕਹਿੰਦੇ ਖੰਡਨ ਕਰਤਾ ਵੀ ਅਸੀਂ ਨਹੀਂ ਲਗਾਉਣ ਜਾ ਰਹੇ। ਅਸੀਂ ਤੁਹਾਨੂੰ ਦੱਸ ਰਹੇ ਵੀ ਉੱਥੇ ਤਾਂ ਜਗ੍ਹਾ ਦਾ ਫਾਈਨਲਾਈਜ਼ ਵੀ ਹੋ ਗਿਆ ਔਰ ਉੱਥੇ ਇੰਡਸਟਰੀ ਲੱਗਣ ਜਾ ਰਹੀ ਹੈ। ਇਹ ਕਹ ਰਹੇ ਨਹੀਂ ਲਗਾਉਣ ਜਾ ਰਹੇ। ਕਿੱਥੇ ਲੁਧਿਆਣੇ ਦੇ ਅੰਦਰ ਲੱਗਣ ਜਾ ਰਹੀ ਹੈ। ਸਭ ਜਗ੍ਹਾ ਕਿੱਥੇ? ਲੁਧਿਆਣੇ 'ਚ ਕਿੰਨੇ ਏਕੜ ਜ਼ਮੀਨ ਹੈ? ਸਟੇਟਮੈਂਟ ਕਿੱਥੇ ਹੈ? ਜੈਬਾਨ ਸਾਨੂੰ ਦੇਖੋ ਕਿੰਨੇ ਪੈਸੇ ਦਾ ਹੈਗਾ? ਰਤਨ ਟਾਟਾ ਨੇ ਉਹਦੇ ਬਾਰੇ ਕੀ ਕਿਹਾ? ਸਾਰਾ ਖੁਲਾਸਾ ਦਿਓ। 2200 ਕਰੋੜ ਦਾ ਪਲਾਂਟ ਲੱਗਣ ਜਾ ਰਿਹਾ ਹੈ ਲੁਧਿਆਣੇ ਦੇ ਅੰਦਰ। ਔਰ ਜਿਹੜੀ ਤੁਸੀਂ ਸਵਾਲ ਬਾਰ-ਬਾਰ ਪੁੱਛਦੇ ਹੋ, ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਲੀਅਰ ਵੀ ਕੀਤਾ ਹੈ ਔਰ ਉਸ 'ਚ ਕਿੰਨੇ ਲੋਕਾਂ ਨੂੰ ਇੰਪਲੋਇਮੈਂਟ ਹੋਏਗੀ ਇਹ ਵੀ ਕਲੀਅਰ ਕੀਤਾ ਹੈ। ਔਰ ਬਹੁਤ ਜਲਦੀ ਤੁਸੀਂ ਦੇਖ ਲਓਗੇ ਉਹਦੀ ਇਨੋਗ੍ਰੇਸ਼ਨ ਕਰੋ ਨਾ, ਤੁਸੀਂ ਕਲੀਅਰ ਕਰੋ। ਨਹੀਂ ਕਹਿੰਦੇ 2200, ਜੈਬਾਨ ਜੀ ਕਹਿੰਦੇ 2200 ਕਰੋੜ ਦਾ ਪ੍ਰੋਜੈਕਟ ਹੈ। 2200 ਕਰੋੜ ਰੁਪਏ ਦਾ ਸੈਕੰਡ ਲਾਰਜੈਸਟ ਪ੍ਰੋਜੈਕਟ ਹੋ ਹੀ ਨਹੀਂ ਸਕਦਾ। ਅਗਰ ਤੁਸੀਂ ਜਮਸ਼ੇਦਪੁਰ ਦੇਖੋਗੇ ਉੱਥੇ ਮੇਰਾ ਖਿਆਲ ਕੋਈ 55,000 ਕਰੋੜ ਰੁਪਏ ਦਾ ਉੱਥੇ ਪਲਾਂਟ ਹੈਗਾ। 2200 ਕਰੋੜ ਰੁਪਇਆ ਕੀ ਹੁੰਦਾ ਹੈ? ਇਹ ਐਵੇਂ ਸੈਕੰਡ ਲਾਰਜੈਸਟ ਪਲਾਂਟ ਆਫ ਇੰਡੀਆ। you know per capita ਫਿਗਰ ਬਹੁਤ ਛੋਟੀ ਲੱਗ ਰਹੀ ਹੈ। 2200 ਕਰੋੜ ਰੁਪਏ ਵੈਸੇ ਬਹੁਤ ਵੱਡੀ ਫਿਗਰ ਹੁੰਦੀ ਹੈ। ਠੀਕ ਹੈ, ਤੁਹਾਡਾ ਪੁਆਇੰਟ ਵੈਲਿਡ ਹੈ ਡਾਕਟਰ ਸਾਹਿਬ। ਦੇਖੋ ਏਦਾਂ ਹੈ ਕਿ ਟਾਟਾ ਸਟੀਲ ਨੇ ਮੈਂ ਟਾਟਾ ਦੇ ਵੱਲੋਂ ਇੱਕ ਵੀ ਹਜੇ ਤੱਕ ਉਹ ਨਹੀਂ ਦੇਖੀ ਹੈ। ਕਿੰਨੇ ਏਕੜ ਜ਼ਮੀਨ ਹੈ ਜੀ? ਕਿੱਥੇ ਜ਼ਮੀਨ ਲੁਧਿਆਣੇ 'ਚ ਕਿੰਨੇ ਏਕੜ ਜ਼ਮੀਨ ਹੈ? ਸੈਂਕਸ਼ਨ ਹੋ ਚੁੱਕੀ ਹੈ, ਜਿਹੜੀ ਤੁਸੀਂ ਉਹ ਹੈਂਡਓਵਰ ਕਰ ਦਿੱਤੀ ਉਹਨਾਂ ਨੇ? ਨਹੀਂ ਤੁਸੀਂ ਏਦਾਂ ਨਾ, ਤੁਸੀਂ ਕਹਿੰਦੇ ਹੋ ਜੀ ਇਸ 'ਚ ਇਹ ਨਹੀਂ ਹੈ, ਇਸ 'ਚ ਇਹ ਨਹੀਂ ਹੈ। ਇਹ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਨੂੰ ਤਾਂ ਇਸ ਗੱਲ ਦੀ ਤਕਲੀਫ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਵੇਂ ਬਣ ਗਈ ਔਰ ਕਿਵੇਂ ਇਹ ਲੋਕ ਇੰਡਸਟਰੀ ਲੈ। ਤੁਹਾਨੂੰ ਤਾਂ ਇਹੀ ਤਕਲੀਫ ਹੈ। ਤੁਸੀਂ ਜਿਵੇਂ ਹੋਰ ਇੰਡਸਟਰੀਅਲਿਸਟ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤੁਸੀਂ ਜਿਵੇਂ ਹੋਰ ਇੰਡਸਟਰੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ, ਅਸੀਂ ਕਿਸੇ ਇੰਡਸਟਰੀ ਨੂੰ ਰੋਕਣ ਨਹੀਂ ਦੇਣਾ ਤੁਹਾਨੂੰ, ਜਿੰਨਾ ਮਰਜ਼ੀ ਜ਼ੋਰ ਤੁਸੀਂ ਲਾਈ ਜਾਓ। ਔਰ ਤੁਸੀਂ ਅੱਜ ਸਾਡੇ ਤੋਂ ਕਹਿ ਰਹੇ ਹੋ ਕਿੱਥੇ ਜ਼ਮੀਨ ਹੈ, ਕਿੱਥੇ ਉਹ ਕੀਤਾ, ਤੁਸੀਂ ਕੈਂਸਲ ਕਰਾਉਣਾ ਚਾਹੁੰਦੇ ਹੋ ਉਹਦੀ ਐਨਓਸੀ? ਨਹੀਂ ਕਹਿਣਾ ਚਾਹੁੰਦੇ। ਅਸੀਂ ਤੁਹਾਨੂੰ ਇੱਕੋ ਗੱਲ ਬਾਰ-ਬਾਰ ਕਹਿ ਰਹੇ ਹਾਂ ਕਿ ਅਸੀਂ ਪੰਜਾਬ ਦੇ ਅੰਦਰ ਇੰਡਸਟਰੀ ਲੈ ਕੇ ਆ ਰਹੇ ਹਾਂ। ਸਾਰੀਆਂ ਫੈਕਟਰੀਆਂ ਗੁਜਰਾਤ ਦੇ ਵਿੱਚ 2200 ਕਰੋੜ ਰੁਪਏ ਦਾ ਪ੍ਰੋਜੈਕਟ ਇੰਨੀ ਵੱਡੀ ਸੀਕ੍ਰੀਟ ਹੈ ਕਿ ਸਾਨੂੰ ਦੱਸੋ ਕਿ ਅਸੀਂ ਕੈਂਸਲ ਕਰਾ ਦਾਂਗੇ। ਨਹੀਂ ਡਾਕਟਰ ਸਾਹਿਬ, ਤੁਸੀਂ ਆਲਰੇਡੀ ਕੀਤੀਆਂ ਨਾ, ਤੁਸੀਂ ਆਲਰੇਡੀ 3 ਕੰਪਨੀਆਂ ਨਾਲ ਕੀਤੀ ਹੈ ਇਹ ਚੀਜ਼। ਵਾਟ ਸਟੇਟਮੈਂਟ ਆਰ ਯੂ ਮੇਕਿੰਗ? ਨਹੀਂ ਮੈਂ ਤੇ ਤੁਹਾਨੂੰ ਕਹਿ ਰਿਹਾ, ਵੀ ਤੁਹਾਡਾ ਭਾਰਤੀ ਜਨਤਾ ਪਾਰਟੀ ਦੀ ਕੀ ਕੰਟਰੀਬਿਊਸ਼ਨ ਹੈ ਪੰਜਾਬ ਵੱਲ? ਦੱਸੋ ਸਾਨੂੰ। ਸੈਂਟਰ ਨੇ ਕੀ ਦਿੱਤਾ ਹੈ? ਤਦ ਵੀ ਤੁਸੀਂ ਕਹਿੰਦੇ ਸੀ ਦੇਣ ਆਏ ਸੀ, ਵਾਪਸ ਚਲੇ ਗਏ। ਉਸ ਤੋਂ ਬਾਅਦ 3 ਵਾਰੀ ਆ ਗਏ, ਉਸ ਤੋਂ ਬਾਅਦ ਪ੍ਰਧਾਨ ਮੰਤਰੀ 3 ਵਾਰੀ ਆ ਗਏ, ਕਦੇ ਵੀ ਕੁਝ ਨਹੀਂ ਦੇ ਕੇ ਗਏ। ਸੈਂਟਰ ਤੇ ਰੋਜ਼ ਦਿੰਦਾ ਹੈ। ਹੁਣ ਤੁਹਾਡੇ ਸਾਰੇ ਐਗਜ਼ਾਮਪਲ ਦਿਓ ਨਾ, 1 ਸਾਲ 'ਚ ਕੀ ਦਿੱਤਾ? ਕਰੋੜ ਰੁਪਏ ਦਾ ਉਹ ਸੈਂਟਰ ਨਹੀਂ ਚੱਕਿਆ। ਇੱਕ ਕਰਕੇ ਸਰ ਲੋਕਾਂ ਨੂੰ ਸਮਝ ਆ ਸਕੇਗੀ ਗੱਲ ਜੋ ਆਪਾਂ ਕਹਿਣਾ ਚਾਹੁੰਦੇ। ਤੁਹਾਨੂੰ ਜਿਹੜਾ ਉਹ ਫੰਡ ਮਿਲਦਾ ਹੈ ਰੂਰਲ ਡਿਵੈਲਪਮੈਂਟ ਫੰਡ, ਉਹ ਸੈਂਟਰ ਹੀ ਦਿੰਦਾ ਹੈ। ਨਹੀਂ ਮਤਲਬ ਅਸੀਂ ਕੁਝ ਜਮਾ ਨਹੀਂ ਕਰਾ ਰਹੇ। ਤੁਸੀਂ ਹੁਣੇ ਵੀ ਉਹਦੇ ਪੈਸੇ ਰੋਕੇ ਹੋਏ ਨੇ ਜੀ। ਦੀ ਇਕਨੋਮੀ ਫੇਲ ਹੋ ਸਰ 950 ਕਰੋੜ ਰੁਪਏ ਹੁਣੇ ਵੀ ਰੋਕਿਆ ਹੋਇਆ ਤੁਸੀਂ ਉਸੇ ਦਾ। ਕੀ ਗੱਲਾਂ ਕਰ ਰਹੇ ਹੋ ਤੁਸੀਂ? ਇੱਕ ਕਰਕੇ ਸਰ ਇੱਕ ਕਰਕੇ ਲੋਕਾਂ ਨੂੰ ਸਮਝ ਆ ਜਾਂਦੇ। ਮੈਂ ਜੈਬਾਨ ਜੀ ਤੁਹਾਡੇ ਤੋਂ ਸਿੱਧਾ ਸਵਾਲ ਪੁੱਛਦਾ। ਇੱਕ ਮੈਨੂੰ ਤਸਵੀਰਾਂ ਥੋੜੀਆਂ ਯਾਦ ਹੈ ਕਿ ਇੱਕ ਵਾਰੀ ਸ਼ਾਇਦ ਟਵੀਟ ਕੀਤੀਆਂ ਗਈਆਂ ਸੀ, ਸ਼ਾਇਦ ਸੀਐਮ ਦੇ ਵੱਲੋਂ ਹੀ, ਮੈਂ ਬਹੁਤ ਕਲੀਅਰ ਹੈ ਨਹੀਂ ਐਸੇ ਇਨਫੈਕਟ ਕਿ ਉਹ ਸੀਐਮ ਨੇ ਟਵੀਟ ਕੀਤੀਆਂ ਸੀ ਜਾਂ ਕਿਸ ਨੇ ਕੀਤੀਆਂ ਸੀ। ਉਹ ਤਸਵੀਰਾਂ ਮੈਨੂੰ ਯਾਦ ਹੈ ਕਿ ਲੁਧਿਆਣੇ ਵਾਲੀਆਂ ਕੁਝ ਤਸਵੀਰਾਂ ਸੀ ਜਿੱਥੇ ਇੰਡਸਟਰੀ ਦਾ ਜ਼ਿਕਰ ਹੋ ਰਿਹਾ ਸੀ ਕਿ ਇੱਥੇ ਟਾਟਾ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ। ਤੁਹਾਨੂੰ ਲੱਗ ਰਿਹਾ ਕਿ ਉਹ ਹਜੇ ਤੱਕ ਕਲੀਅਰ ਨਹੀਂ ਹੋ ਸਕਿਆ ਕਿ ਟਾਟਾ ਨੇ ਕੋਈ ਪਲਾਂਟ ਲਗਾਉਣਾ ਸ਼ੁਰੂ ਕੀਤਾ ਜਾਂ ਨਹੀਂ? ਮੁੱਖ ਮੰਤਰੀ ਇਸ ਦਾ ਜ਼ਿਕਰ ਕਰ ਚੁੱਕੇ ਹਨ ਕਈ ਵਾਰ। ਦੱਸ ਦੇ ਨਾ ਮੈਨੂੰ, 10 ਦਿਨ ਲੁਧਿਆਣੇ 'ਚ ਕਿੱਥੇ ਹੈ? 10 ਦਿਨ ਅਸੀਂ ਕੱਲ ਜਾ ਕੇ ਦੇਖ ਲਾਂਗੇ, 22 ਤਰੀਕ ਨੂੰ ਫੇਰ ਡਿਬੇਟ ਕਰ ਲਾਂਗੇ। ਇੱਕ ਦੂਸਰਾ ਮੇਰਾ ਪੁਆਇੰਟ ਹੈ ਵਾਲੀਆ ਸਾਹਿਬ ਦੇ ਵਾਸਤੇ, ਮੈਂ ਇਹ ਕਹਿਣਾ ਚਾਹਨਾ ਕਿ ਮੋਹਾਲੀ ਦੇ ਵਿੱਚ ਜਿਹੜਾ ਇਹ ਕਹਿ ਰਹੇ ਨੇ ਨਾ ਕਿ ਉਹ ਇੱਕ ਬਣ ਨਹੀਂ ਸੀ ਰਿਹਾ ਅਪੋਲੋ ਹਸਪੀਟਲ, ਅੱਜ ਗੌਰਵ ਜੀ 12 ਤਰੀਕ ਹੈ, 22 ਤਰੀਕ ਨੂੰ ਸਾਨੂੰ ਚਾਰਾਂ ਨੂੰ ਇੱਥੇ ਬਿਠਾ ਕੇ ਦੱਸ ਦਿਓ ਉਸ ਹਸਪੀਟਲ ਵਾਸਤੇ ਇਹਨਾਂ ਨੇ ਸੈਂਕਸ਼ਨ ਦੇਤੀ ਕਿ ਨਹੀਂ ਦਿੱਤੀ। ਮੈਂ ਅੱਜ ਹੀ ਦੱਸ ਰਿਹਾ ਤੁਹਾਨੂੰ, ਸੈਂਕਸ਼ਨ ਕਲੀਅਰ ਹੋ ਗਿਆ। ਸੈਂਕਸ਼ਨ ਕਲੀਅਰ ਹੋ ਗਿਆ ਸਰ। ਡਿਬੇਟ ਕਰੋ ਗੌਰਵ ਜੀ, ਤੁਸੀਂ ਨੋਟ ਕਰ ਲਓ।
ਐਵੇਂ ਆ ਕੇ ਇੱਥੇ ਚਲੋ ਸਾਨੂੰ ਵੀ ਸਮਾਂ ਦੇ ਦਿਓ ਗੌਰਵ ਜੀ। ਸਾਰੀਆਂ ਸੈਂਕਸ਼ਨਸ ਹੋ ਗਈਆਂ, ਉਹਦੇ ਬਾਅਦ ਤੁਸੀਂ ਇੱਕ ਗ੍ਰੀਨ ਪਰਚਾ ਦੇ ਦਿੱਤਾ, ਸੈਂਕਸ਼ਨ ਤੋਂ ਉਹਦੇ ਬਾਅਦ ਗ੍ਰੀਨ ਦੇ ਦਿਓ, ਰੈੱਡ ਦੇ ਦਿਓ, ਵਾਈਟ ਦੇ ਦਿਓ, ਉਹਦਾ ਚਲੋ ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ। ਬੇਸਿਕਲੀ ਉਹੀ ਗੱਲ ਘੁੰਮ ਫਿਰ ਕੇ ਆ ਗਈ। ਹਾਲਾਂਕਿ ਉਹ ਇਸ ਦੇ ਉੱਪਰ ਕਹਿ ਰਹੇ ਕਿ ਜਿਨ੍ਹਾਂ ਦਾ ਸੈਂਕਸ਼ਨ 10 ਦਿਨ ਬਾਅਦ ਪੁੱਛ ਰਹੇ ਹੋ, ਅੱਜ ਹੀ ਦੱਸ ਰਹੇ ਕਿ ਹੋ ਗਿਆ, ਸੈਂਕਸ਼ਨ ਹੋ ਗਿਆ। ਹੁਣ ਗੱਲ ਇਹ ਹੈ ਕਿ ਜਾਂ ਤਾਂ ਡਾਕੂਮੈਂਟਸ ਲਿਆ ਕੇ ਤੁਹਾਨੂੰ ਦਿਖਾ ਦੇਣ ਜਾਂ ਲੋਕਾਂ ਨੂੰ ਦਿਖਾ ਦੇਣ, ਉਸ ਦੇ ਉੱਤੇ ਇੱਕ ਤਰੀਕੇ ਨਾਲ ਮੋਹਰ ਲੱਗ ਜਾਏਗੀ। ਸੁਖਦੇਵ ਜੀ ਦਾ ਮੈਂ ਰੁਕ ਕਰਨਾ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਸੁਖਦੇਵ ਜੀ, ਇੱਕ ਜ਼ਿਕਰ ਹਮੇਸ਼ਾ ਤੋਂ ਹੁੰਦਾ ਰਿਹਾ ਕਿ ਲਾਲ ਫੀਤਾ ਸ਼ਾਹੀ ਉਸ ਤਰੀਕੇ ਨਾਲ ਕੰਮ ਨਹੀਂ ਕਰਦੀ ਜਿਸ ਤਰੀਕੇ ਨਾਲ ਕਈ ਵਾਰ ਐਲਾਨ ਕਰ ਦਿੱਤੇ ਜਾਂਦੇ ਨੇ, ਇਲਜ਼ਾਮ ਲੱਗਦੇ ਨੇ। ਹਾਲਾਂਕਿ ਸਾਰੇ ਅਫਸਰ ਇੱਕ ਬਰਾਬਰ ਨਹੀਂ ਹੁੰਦੇ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ, ਮੈਂ ਇਸ ਗੱਲ ਨਾਲ ਗੌਰਵ ਜੀ ਨਾਲ ਤੁਹਾਡੇ ਨਾਲ ਨਹੀਂ, ਮੈਂ 10 ਦਿਨ ਵਾਲੇ ਪੁਆਇੰਟ ਦੇ ਉੱਤੇ ਆ ਰਿਹਾ। 10 ਦਿਨ ਵਾਲੇ ਦੇਖੋ, ਸਰਕਾਰ ਦਾਅਵਾ ਕਰ ਰਹੀ ਹੈ ਕਿ 10 ਦਿਨ ਚ ਅਸੀਂ ਕਰਕੇ ਦਿਖਾਵਾਂਗੇ। ਦੇਖੋ ਗੌਰਵ ਜੀ, ਜਦੋਂ ਕਰਕੇ ਦਿਖਾ ਦੇਣਗੇ ਆਪਾਂ ਮੰਨ ਲਵਾਂਗੇ। ਆਪਾਂ ਇਹਨਾਂ ਨੂੰ ਹੁਣੇ ਕਿਉਂ ਕਹੀਏ ਵੀ ਨਹੀਂ ਕਰਦੇ? ਕਰਨਗੇ ਭਾਈ, ਕਰਨਗੇ। ਅਸੀਂ ਤਾਂ ਪਹਿਲਾਂ ਵੈਲਕਮ ਕਰਤਾ, ਜੇ ਚੰਗੀ ਗੱਲ ਹੈ ਹੋ ਜਾਵੇ ਤਾਂ ਚੰਗੀ ਗੱਲ ਹੈ, ਮਾੜੀ ਨਹੀਂ ਹੈਗੀ। ਕਿਉਂਕਿ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਹੈਗੀ ਹੈ ਨਹੀਂ ਆ ਰਹੀ। ਮੈਂ ਤੁਹਾਨੂੰ ਇਹਨਾਂ ਦੀ ਆਰਟੀ ਦਾ ਵੀ ਦੱਸਤਾ ਵੀ ਹਜੇ ਸਾਲ 'ਚ ਇੱਕ ਵੀ ਨਹੀਂ ਆਈ। ਔਰ ਜਿਹੜੀ ਇੱਕ ਗੱਲ ਮੈਂ ਨਾ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਜਿਹੜੀ ਸਟੀਲ ਇੰਡਸਟਰੀ ਹੈ ਨਾ, ਉਹਦੀ ਵਾਸਤੇ ਹਿਊਜ ਅਮਾਉਂਟ ਹੁੰਦੀ ਹੈ। ਜਿਹੜੀ ਆਪਾਂ 2200 ਕਰੋੜ ਦੀ ਅਮਾਉਂਟ ਕਹਿੰਦੇ ਨਾ, ਟਾਟਾ ਸਟੀਲ ਦੀ ਸੈਕੰਡ ਲਾਰਜੈਸਟ ਹੈ, ਉਹ ਨਹੀਂ ਹੈਗੀ। ਦੇਖੋ ਜਿਹੜੀ ਸਟੀਲ ਇੰਡਸਟਰੀ ਹੈ ਨਾ, ਤੁਸੀਂ ਜਾਓ ਆਪਣਾ ਕਹਿੰਦੇ ਹੁੰਦੇ ਨੇ ਟਾਟਾ ਨਗਰ ਜਾਓ, ਉੱਥੇ ਲੱਗੀ ਵੀ ਹੈ। ਉਹ ਬਹੁਤ ਵੱਡੀ ਸਟੀਲ ਇੰਡਸਟਰੀ ਹੈ। ਉਹਨੂੰ ਆਪਾਂ ਛੋਟੀ ਨਹੀਂ ਕਹਿ ਸਕਦੇ। ਕੋਈ ਵੀ ਨਹੀਂ, ਮੇਰੀ ਗੱਲ ਮੈਂ ਉਹੀ ਪੁਆਇੰਟ ਕਹਿ ਰਿਹਾ ਸੁਖਦੇਵ ਜੀ ਔਰ ਜੈਮਾਨ ਜੀ। ਕੋਈ ਵੀ ਇੰਡਸਟਰੀ ਜਿਹੜੀ ਸਟੀਲ ਦੀ ਹੈ ਨਾ ਵੱਡੀ, ਚਾਹੇ ਉਹ ਜਿੰਦਲਸ ਦੀ ਹੈ, ਚਾਹੇ ਉਹ ਟਾਟਾਸ ਦੀ ਹੈ, ਉਹ ਸਾਰੀਆਂ ਕੋਈ 40,000 ਕਰੋੜ ਤੋਂ ਘੱਟ ਕੋਈ ਹੈ ਹੀ ਨਹੀਂ। ਨਹੀਂ ਠੀਕ ਹੈ ਪੁਆਇੰਟ, ਪਰ ਜਿਹੜਾ ਜੈਬਾਨ ਜੀ ਜ਼ਿਕਰ ਕਰ ਰਹੇ ਸੀ ਨਾ ਕਿ ਟਾਟਾ ਦੀ ਕੋਈ ਅਸੀਂ ਕਮੈਂਟ ਜਾਂ ਕੋਈ ਬਿਆਨ ਨਹੀਂ ਪੜਿਆ, ਮੈਂ ਇੱਥੇ ਕੋਈ ਵੀ ਪੁਆਇੰਟ ਕਹਿ ਰਿਹਾ ਕਿ ਉਹਨਾਂ ਨੇ ਡਿਨਾਈ ਕਰ ਦਿੱਤਾ ਹੋਵੇ। ਇਹ ਵੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਕਿ ਉਹਨਾਂ ਨੇ ਡਿਨਾਈ ਕਰ ਦਿੱਤਾ ਕਿ ਅਸੀਂ ਪੰਜਾਬ 'ਚ ਨਹੀਂ ਲਗਾ। ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਦੂਜੀ ਗੱਲ ਜਿਹੜੀ ਇੱਕ ਨਾ ਮੇਰੀ ਇੱਕ ਸਵਾਲ ਹੈ, ਇਹ ਆਪਾਂ ਕਹਿੰਦੇ ਨਾ ਵੀ ਜੋ ਮਾਨ ਸਾਹਿਬ ਨੇ ਕਹਿਤਾ ਉਹ ਤਾਂ ਜੀ ਫਿਰ ਪੱਥਰ ਤੇ ਲਕੀਰ ਹੈ। ਫਿਰ BMW ਕਿੱਥੇ ਹੈ? BMW ਵੀ ਤਾਂ ਕਿਹਾ ਹੀ ਸੀ ਉਹਨਾਂ ਨੇ, ਮੇਰੇ ਹੱਥ 'ਚ ਕਾਗਜ਼ ਆ, ਕਹਿੰਦੇ BMW ਤਾਂ ਜਗ੍ਹਾ ਕਿੱਥੇ ਲਈ ਹੈ BMW ਵਾਲਿਆਂ ਨੇ, ਉਹ ਵੀ ਸਾਨੂੰ ਆਲੂਵਾਲੀਆ ਸਾਹਿਬ ਦੱਸ ਦੇਣ। ਕਿਉਂਕਿ ਉਹਨਾਂ ਨੇ ਹੱਥ 'ਚ ਕਾਗਜ਼ ਖੜ ਕੇ, ਭਗਵੰਤ ਮਾਨ ਸਾਹਿਬ ਨੇ ਟਵੀਟ ਵੀ ਕੀਤਾ ਸੀ, ਪ੍ਰੈਸ 'ਚ ਵੀ ਕਿਹਾ ਸੀ, ਤੇ ਉਹ ਕਾਗਜ਼ ਸਭ ਨੂੰ ਦਿਖਾਇਆ ਵੀ ਸੀ, ਮੇਰੇ ਕੋਲ BMW ਦਾ ਕਾਗਜ਼ ਹੈ। ਜਰਮਨ 'ਚ ਜਾ ਕੇ ਕਿਹਾ ਸੀ ਉਹਨਾਂ ਨੇ ਵੀ ਉਹ ਵੀ ਆਪਾਂ ਦੇਖ ਲੈਂਦੇ ਕਿੱਥੇ ਹੈਗਾ। ਇਸ ਕਰਕੇ ਇਹ ਨਾ ਕਹੋ ਵੀ ਇੱਕ ਬੰਦੇ ਨੇ ਕਹਿਤਾ ਤਾਂ ਬਹੁਤ ਵੱਡਾ ਇਲਾਹੀ ਉਹ ਹੁਕਮ ਹੋ ਗਿਆ ਤੇ ਉਹ ਤਾਂ ਹੋਣਾ ਹੀ ਹੋਣਾ। ਇਹ ਆਪਾਂ ਜਿਹੜੀ ਇੰਡਸਟਰੀ ਦੀ ਗੱਲ ਹੈਗੀ, ਇੰਡਸਟਰੀ ਦੇ ਵਿੱਚ ਗੌਰਵ ਜੀ ਮੈਂ ਤੁਹਾਨੂੰ ਗੱਲ ਦੱਸਾਂ, ਜਿਹੜੀਆਂ ਗੱਲਾਂ ਆਲੂਵਾਲੀਆ ਸਾਹਿਬ ਕਹਿ ਰਹੇ ਨੇ ਉਹ ਸਾਰੀਆਂ ਗੱਲਾਂ ਠੀਕ ਨਹੀਂ ਹੈਗੀਆਂ। ਇੰਡਸਟਰੀ ਦੇ ਨਾ ਆਉਣ ਦੇ ਹੋਰ ਵੀ ਬਹੁਤ ਸਾਰੇ ਕਾਰਨ ਨੇ। ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੈ ਜਿਹੜੀ ਸਾਡੀ ਪੰਜਾਬ ਦੀ ਜਿਹੜੀ ਮਾੜੀ ਮੋਟੀ ਇੰਡਸਟਰੀ ਵੀ ਉਜੜੀ ਸੀ, ਉਹ ਜਿਹੜੀ ਹੈ ਵਾਜਪਾਈ ਸਾਹਿਬ ਜਿਹੜੀ ਸਕੀਮ ਲੈ ਕੇ ਆ ਗਏ ਸੀਗੇ ਨਾ, ਸਾਡੇ ਗੁਆਂਢੀ ਰਾਜਾਂ 'ਚ ਟੈਕਸ ਹੈਵਨਸ ਬਣਾਤੇ ਸੀ। ਉਹ ਉੱਤਰਾਖੰਡ ਸੀ, ਇੱਕ ਪਾਸੇ ਸਾਡੇ ਉੱਤਰਾਖੰਡ ਲੱਗਦਾ ਸੀ, ਇੱਕ ਪਾਸੇ ਸਾਡੇ ਜੰਮੂ ਕਸ਼ਮੀਰ ਲੱਗਦਾ ਸੀ, ਇੱਕ ਪਾਸੇ ਸਾਡੇ ਹਿਮਾਚਲ ਲੱਗਦਾ ਸੀ। ਤਿੰਨਾਂ ਨੂੰ ਉਹ ਕਰਤਾ। ਧਰਨੇ ਦੀ ਵਜ੍ਹਾ ਹੈਗੀ, ਮੈਂ ਵਾਰ-ਵਾਰ ਧਰਨੇ ਤੇ ਆ ਰਿਹਾ। ਉਹਤੇ ਵੀ ਮੈਂ ਜਵਾਬ ਦੇਵਾਂਗਾ, ਨਹੀਂ ਉਹਤੇ ਵੀ ਮੈਂ ਜਵਾਬ ਦੇਵਾਂਗਾ, ਉਹ ਤਾਂ ਜਵਾਬ ਦੇਣਾ ਬਣਦਾ। ਦੇਖੋ ਜਿਹੜਾ ਉਹ ਟੈਕਸ ਹੈਵਨ 'ਚ ਬਣਾਤੇ ਨਾ, ਉਹਨਾਂ ਨੇ ਸਾਡਾ ਪੱਠਾ ਬਿਠਾਇਆ। ਇਸ ਕਰਕੇ ਸਾਡੀ ਜਿਹੜੀ ਲੁਧਿਆਣੇ 'ਚੋਂ ਜਿੰਨੀ ਵੀ ਆਟੋਮੋਬਾਈਲ ਦੀ ਇਨਸਿਨਰੀ ਸੀ, ਉਹ ਸਾਰੀ ਉੱਤਰਾਖੰਡ 'ਚ ਚਲੀ ਗਈ, ਰੁਦਰਪੁਰ। ਜਿਹੜੇ ਸਾਡੀ ਸਟੀਲ ਇੰਡਸਟਰੀ ਜਾਂ ਜਿਹੜੇ ਫਰਨੈਸ ਵਗੈਰਾ ਸੀ ਜਾਂ ਕੁਝ ਸਾਡੇ ਦਵਾਈਆਂ ਦੇ ਪਲਾਂਟ ਸੀ, ਉਹ ਸਿੱਧੇ ਬੱਦੀ ਚਲੇ ਗਏ। ਇਸ ਕਰਕੇ ਸਾਨੂੰ ਉਹਦਾ ਨੁਕਸਾਨ ਹੋਇਆ ਉਸ ਪਾਲਿਸੀ ਦਾ। ਸੁਖਦੇਵ ਜੀ, ਤੁਸੀਂ ਫੇਰ ਕਹੋਗੇ ਕਿ ਵਿਚਾਲੇ ਰੋਕ ਰਹੇ, ਪਰ ਗੱਲ ਇਹ ਹੈ ਕਿ ਲੋਕ ਇਹ ਵੀ ਜਾਣਦੇ ਨੇ ਕਿ ਵਾਜਪਾਈ ਸਾਹਿਬ ਦੀ ਸਰਕਾਰ ਤੋਂ ਬਾਅਦ 10 ਸਾਲ ਕਾਂਗਰਸ ਸੱਤਾ 'ਚ ਰਹੀ ਹੈ। ਮੈਂ ਕਹਿਣਾ ਮੈਂ ਨਹੀਂ ਚੇਂਜ ਕੀਤਾ, ਮੈਂ ਮੰਨਦਾ ਨਹੀਂ ਚੇਂਜ ਕੀਤਾ ਨਾ, ਪਤਾ ਉਹ ਹੋਰ ਵੀ ਕਾਰਨ ਹੋ ਜਾਂਦੇ, ਉਹ ਨਹੀਂ ਚੇਂਜ ਕੀਤਾ ਜਾ ਸਕਦਾ ਹੁੰਦਾ, ਨਹੀਂ ਕੀਤਾ। ਕਿਉਂਕਿ ਤੁਸੀਂ ਇੱਕ ਇੰਡਸਟਰੀਲਿਸਟ ਨਾ, ਇੱਕ ਇੰਡਸਟਰੀਲਿਸਟ ਲਾਲੇ ਦੀ ਦੁਕਾਨ ਨਹੀਂ ਹੈਗੀ। ਤੁਸੀਂ ਉਹਨੂੰ ਇੱਕ ਕਹਿ ਕੇ ਲਿਆਤਾ ਵੀ ਤੈਨੂੰ ਅਸੀਂ 20 ਸਾਲ ਅਸੀਂ ਟੈਕਸ ਨਹੀਂ ਦੇਵਾਂਗੇ, ਲਵਾਂਗੇ, ਉਸ ਤੋਂ ਬਾਅਦ 10 ਸਾਲ ਬਾਅਦ ਅਸੀਂ ਕਦੇ ਤਾਂ ਲਵਾਂਗੇ, ਉਹ ਹੋ ਨਹੀਂ ਸਕਦਾ। ਨਹੀਂ ਸਰ, ਉਹ ਤਾਂ ਕੋਰਟ 'ਚ ਖੜਾ ਹੁੰਦਾ, ਉਹਦਾ ਕੋਰਟ 'ਚ ਤੁਹਾਡੀ ਗੱਲ ਸਮਝ ਰਿਹਾ। ਮੇਰੀ ਗੱਲ ਕੰਪਲੀਟ ਕਰ ਲਓ, ਮੇਰੀ ਗੱਲ ਕੰਪਲੀਟ ਕਰ ਲਓ, ਕੰਪਲੀਟ ਕਰ ਲਓ। ਹਾਂ, ਅਗਲੀ ਗੱਲ ਜਿਹੜੀ ਅਸੀਂ ਇੱਕ ਬਾਰ-ਬਾਰ ਉਹ ਗੱਲ ਕਰ ਰਹੇ ਹਾਂ ਨਾ ਵੀ ਜਿਹੜੀ ਇੰਡਸਟਰੀਲਿਸਟਾਂ ਦੀ, ਇੰਡਸਟਰੀ ਧਰਨੇ ਦੀ ਵੀ ਦੇਖੋ, ਜਿਹੜੇ 5 ਇਹਨਾਂ ਨੇ ਨਾ ਜਿੰਨੇ ਲਾ ਸੀਗੇ ਲੇਬਰ ਲਾ ਖਤਮ ਕਰਕੇ 5 ਕੋਡ ਬਣਾਤੇ ਸੀਗੇ, ਉਹ ਤੇ ਆਪਾਂ ਚਲੋ ਕਿਤੇ ਨਹੀਂ ਡਿਸਕਸ਼ਨ ਕਰਦੇ, ਉਹਦੇ ਨਾਲ ਲੇਬਰ ਮਾਰੀ ਜਾਣੀ ਸੀ। ਉਹ ਇਹਨਾਂ ਨੂੰ ਵਿਦਹੋਲਡ ਕਰਨੇ ਪਏ ਸੈਂਟਰ ਗਵਰਨਮੈਂਟ ਨੂੰ, ਉਹ 5 ਜਿਹੜੇ ਕੋਡ ਸੀਗੇ, ਇਸ ਕਰਕੇ ਕਿ ਉਹ ਇੱਕ ਤਰਫਾ ਸੀਗੇ। ਔਰ ਮੈਂ ਤੁਹਾਨੂੰ ਗੱਲ ਦੱਸਦਾ ਇਸ ਜ਼ਿੰਮੇਵਾਰੀ ਨਾਲ, ਅਸੀਂ ਇੰਡਸਟਰੀ ਦਾ ਕਰੀ ਜਾਂਦੇ ਹਾਂ। ਜਿੰਨੀ ਵੱਡੀ ਇੰਡਸਟਰੀ ਆਉਂਦੀ ਹੈ ਫਿਰ ਉਹ ਆ ਕੇ ਸ਼ੋਸ਼ਣ ਵੀ ਕਰਦੀ ਹੈ, ਉਹ ਸੁਣਦੇ ਕਿਸੇ ਦੀ ਨਹੀਂ।
ਨਾ ਉਹ ਧਰਨੇ ਵਾਲੇ ਦੀ ਸੁਣਦੇ ਆ ਨਾ ਕਿਸੇ ਹੋਰ ਦੀ ਸੁਣਦੇ ਆ। ਜੇ ਜੀਵਨ ਵਾਲਾ ਤਾਂ valid ਛੋਟਾ point ਇੰਡਸਟਰੀਲਿਸਟ ਸੀ, ਜਿਹੜਾ ਵੱਡਾ ਇੰਡਸਟਰੀਲਿਸਟ ਹੈ ਉਹ ਨਾ ਕਿਸੇ ਲੇਬਰ ਨਾਲ। ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ ਸਰ, ਸਮਾਂ ਬਹੁਤ ਬੁਰਾ ਹੈ। ਸੀਐਮ ਨਾਲ ਗੱਲ ਕਰਦਾ। ਜੈਵਾਨ ਜੀ, ਛੋਟਾ ਜਿਹਾ ਕਮੈਂਟ ਜ਼ਰੂਰੀ ਹੈ। ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਬੀਜੇਪੀ ਦੀ ਸਰਕਾਰ ਜਿਹੜੀ 2004 ਤੋਂ ਪਹਿਲਾਂ ਸੀ, ਉਸ ਸਮੇਂ ਦੀ ਕੰਡੇ ਬੀਜੇਪੀ ਨੇ ਜੋ ਪੰਜਾਬ ਅੱਜ ਭੁਗਤ ਰਿਹਾ ਹੈ। ਇਹੀ ਹੈ ਸੁਖਦੇਵ ਜੀ, ਕਲੀਅਰ ਹੈ ਤੁਹਾਡੀ ਲਾਈਨ? ਬਿਲਕੁਲ ਬਿਲਕੁਲ ਬਿਲकुल। ਜੈਵਾਨ ਜੀ, ਦੇਖੋ ਜੀ, ਪਤਾ ਨਹੀਂ ਇਹ ਕਿਹੜੇ ਪਾਸੇ ਦੀ ਸੁਖਦੇਵ ਜੀ ਬੀਜੇਪੀ ਦੀ ਸਰਕਾਰ ਨੂੰ ਕਹਿ ਰਹੇ ਨੇ। ਬੀਜੇਪੀ ਸਰਕਾਰ ਨੈਸ਼ਨਲ ਲੈਵਲ ਦੀਆਂ ਪਾਲਿਸੀਜ਼ ਬਣਾਉਂਦੀਆਂ ਸੀਗੀਆਂ। ਟੈਕਸ ਹੌਲੀਡੇਜ਼ ਜਿਹੜੇ ਨੇ ਉਹ ਸਟੇਟ ਲੈਵਲ ਦੇ ਉੱਤੇ ਹਿਮਾਚਲ ਪ੍ਰਦੇਸ਼, ਹਰਿਆਣਾ ਨੇ ਦਿੱਤੇ ਸੀਗੇ, ਤੇ ਕਾਫੀ ਹਿਮਾਚਲ ਪ੍ਰਦੇਸ਼ ਨੇ ਟੈਕਸ ਹੌਲੀਡੇਜ਼ ਦੇ ਕੇ ਤੇ ਉੱਥੇ ਟੈਕਸ ਹੌਲੀਡੇਜ਼ ਦੇ ਨਾਲ ਹੀ ਉਹਨਾਂ ਨੇ ਇੱਕ ਸੀਮੈਂਟ ਦਾ ਪਲਾਂਟ ਉੱਥੇ ਲਗਵਾ ਲਿਆ ਸੀਗਾ। ਇਟ ਇਜ਼ ਨਾਟ ਡਨ ਬਾਈ ਦ ਸੈਂਟਰ, ਇਟ ਇਜ਼ ਡਨ ਬਾਈ ਦ ਸਟੇਟ। ਤੇ ਅਗਰ ਉਸ ਵੇਲੇ ਬੀਜੇਪੀ ਦੀ ਗਵਰਨਮੈਂਟ ਸਟੇਟ ਦੇ ਵਿੱਚ ਹੈਗੀ ਸੀ ਤੇ ਅਸੀਂ ਉਹਦੀ ਸਰਾਹਨਾ ਕਰਨੇ ਆ ਕਿ ਉਹਨੇ ਟੈਕਸ ਹੌਲੀਡੇਜ਼ ਦਿੱਤੇ। ਪੰਜਾਬ ਨੇ ਕੀ ਦਿੱਤਾ? ਕਾਂਗਰਸ ਦੇ ਥੱਲੇ ਕਿਹੜਾ ਹੌਲੀਡੇ ਦਿੱਤਾ ਇਹਨਾਂ ਨੇ? ਕੀ ਕੀਤਾ ਇਹਨਾਂ ਨੇ? ਕਾਂਗਰਸ ਨੇ ਲੋਕਾਂ ਨੂੰ ਜਵਾਬ ਲੈ ਲਈਏ ਸਰ। ਨੰਬਰ 1। ਨੰਬਰ 2, ਮੈਂ ਤੇ ਕਹਿੰਦਾ ਤੁਸੀਂ ਅਟਰੈਕਟ ਕਰੋ ਹੀ ਨਾ। ਮੇਰਾ ਜਿਹੜਾ ਪੁਆਇੰਟ ਸੀਗਾ, ਜਿਹੜਾ ਮੈਂ ਪੁਆਇੰਟ ਦਿੱਤਾ ਸੀਗਾ, ਸੁਖਦੇਵ ਜੀ ਥੋੜੀ 30 ਸੈਕਿੰਡ ਵੇਟ ਕਰੋ ਸਰ, ਬਹੁਤ ਇੰਪੋਰਟੈਂਟ ਪੁਆਇੰਟ ਹੈ, ਮੈਂ ਤੁਹਾਡਾ ਜਵਾਬ ਲਵਾਂਗਾ। ਆਪਣੇ ਐਂਟਰਪ੍ਰੀਨਿਅਰਸ ਨੂੰ ਕਰੋ। ਹਾਂ 30 ਸੈਕਿੰਡਸ ਦੋ। ਜੈਵਾਨ ਜੀ ਕੰਪਲੀਟ ਕਰ ਲਓ। ਮੇਰੀ ਗੱਲ ਪੂਰੀ, ਇਹਨਾਂ ਦਾ ਮੈਂ ਜਵਾਬ ਦੇ ਦਿਆਂ। ਇਨਕਮ ਟੈਕਸ, GST, ਸੈਂਟਰਲ ਐਕਸਾਈਜ਼, ਇਹ ਸਟੇਟ ਗਵਰਨਮੈਂਟ ਮਾਫ ਕਰ ਹੀ ਨਹੀਂ ਸਕਦੀ ਜਨਾਬੇ ਅਲੀ। ਜੈਵਾਨ ਜੀ, GST ਤੇ ਉਦੋਂ ਹੈ ਹੀ ਨਹੀਂ ਸੀ ਸੁਖਦੇਵ ਜੀ। ਤੁਸੀਂ ਵਾਜਪਾਈ ਦੇ ਟਾਈਮ ਦੇ ਵਿੱਚ GST ਹੈ ਹੀ ਨਹੀਂ ਸੀ। ਉਹ ਤੇ ਲੈ ਕੇ ਆਇਆ ਮਨਮੋਹਨ ਸਿੰਘ, ਤੁਹਾਡੀ ਗਵਰਨਮੈਂਟ ਲੈ ਕੇ ਆਈ ਹੈ GST ਦਾ ਲਿਆ ਨਾ ਉਹਨਾਂ ਨੇ। ਤੁਸੀਂ ਆਪਣੇ ਇਕਨੋਮਿਕਸ ਨੂੰ ਠੀਕ ਕਰ ਲਓ ਨਾ ਪਲੀਜ਼। ਇਕਨੋਮੀ ਮੇਰੀ ਠੀਕ ਹੈ, ਇਕਨੋਮੀ ਤੁਸੀਂ ਨਹੀਂ, ਉਹ GST product of ਵਾਜਪਾਈ ਗਵਰਨਮੈਂਟ, product of the ਮਨਮੋਹਨ ਸਿੰਘ ਗਵਰਨਮੈਂਟ। ਉਦੋਂ ਹਰ ਸਟੇਟ ਜਿਹੜੀ ਆਪਣੀ ਇੰਡਸਟਰੀ ਦਾ ਆਪਣੇ ਆਪ ਹੀ ਟੈਕਸ ਕਲੈਕਟ ਕਰਦੀ ਸੀਗੀ ਤੇ ਟੈਕਸ ਦਾ ਹੌਲੀਡੇ। ਚਲੋ ਠੀਕ ਹੈ, ਥੋੜਾ ਵੇਟ ਕਰੋ ਸਰ। ਆਪਾਂ ਬਹੁਤ, ਮੈਨੂੰ ਲੱਗਦਾ ਕਿ ਬੜੀ ਫਰੂਟਫੁਲ ਇਹ ਪੂਰੀ ਡਿਬੇਟ ਅੱਜ ਦੀ ਹੋਈ ਹੈ। ਜ਼ਰੂਰੀ ਹੁੰਦਾ ਕਿ ਕਈ ਸਾਰੇ ਪੁਆਇੰਟਸ ਹੁੰਦੇ ਨੇ ਕਿ ਆਪਾਂ ਕਹੀ ਜਾਈਏ ਕਿ ਮੰਡੀ ਗੋਬਿੰਦਗੜ੍ਹ ਤੋਂ ਚਲੇ ਗਏ, ਮੰਡੀ ਗੋਬਿੰਦਗੜ੍ਹ ਤੋਂ ਜਲੰਧਰ ਤੋਂ ਲੁਧਿਆਣੇ ਤੋਂ ਸਨਅਤਕਾਰ ਚਲੇ ਗਏ, ਪਰ ਇਹ ਵੀ ਚੀਜ਼ ਦੇਖਣਾ ਹੋਏਗਾ ਕਿ ਬੱਦੀ ਦੇ ਵਿੱਚ ਜਾ ਕੇ ਉਹਨਾਂ ਨੂੰ ਕਿਹੜੀ ਸਹੂਲਤ ਮਿਲ ਰਹੀ ਸੀ ਕਿ ਪੰਜਾਬ ਦਾ ਬਾਰਡਰ ਟੱਪਿਆ ਤੇ ਨਾਲ ਦੀ ਨਾਲ ਕੋਈ ਸਹੂਲਤ ਮਿਲ ਗਈ। ਪੀਰ ਮੁਹੰਮਦ ਜੀ, ਫਾਈਨਲ ਕਮੈਂਟ ਤੁਹਾਡਾ ਚਾਹੂੰਗਾ, ਬੜਾ ਛੋਟਾ ਜਿਹਾ ਰੱਖਿਓ। ਤੁਹਾਨੂੰ ਲੱਗਦਾ ਕਿ ਇਹ ਲਾਲ ਫੀਤਾ ਸ਼ਾਹੀ ਜਾਂ ਸਿਸਟਮ ਦਾ ਕੰਮ ਕਰਨ ਦਾ ਢੰਗ ਸਭ ਕੁਝ ਬਦਲ ਜਾਏਗਾ ਨਵੇਂ ਫੈਸਲੇ ਦੇ ਨਾਲ? ਗੌਰਵ ਜੀ, ਇੱਕ ਮਾਹੌਲ ਤਿਆਰ ਕਰਨਾ ਪੈਂਦਾ। ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਜਦੋਂ ਸਾਂਝੀ ਸਰਕਾਰ ਸੀ ਤੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਸਰਪਲਸ ਕੀਤੀ ਗਈ ਬਿਜਲੀ, ਔਰ ਜਿਹਦੇ ਦਾਅਵੇ ਮਾਰ ਰਹੇ ਅੱਜ ਕਹਿੰਦੇ ਜੀ 0% ਅਸੀਂ ਬਿੱਲ ਭੇਜ ਰਹੇ ਆ, ਉਹ ਕਰ ਰਹੇ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਨਹੀਂ ਹੋਇਆ। ਉਸ ਤੋਂ ਬਾਅਦ ਤੁਸੀਂ ਦੇਖੋ, ਇਹ ਤਾਂ ਨਿੱਕੇ ਨਿੱਕੇ ਕੰਮ ਨਹੀਂ ਕਰ ਸਕੇ। ਆ ਜਿਹੜੀਆਂ ਲਿੰਕ ਰੋਡ ਸੜਕਾਂ ਨੇ, ਇਹ ਦੱਸ ਦੇਣ ਕੋਈ ਪੰਜਾਬ ਦੇ ਵਿੱਚ ਕੋਈ ਸੜਕ ਜਿਹੜੀ ਇਹਨਾਂ ਨੇ ਕੰਪਲੀਟ ਕੀਤੀ ਹੋਵੇ। ਇਹਨਾਂ ਦੇ ਕੋਲ ਸਵਾਏ ਤੋਂ ਸਵਾਏ ਦਾਅਵੇ, ਦਾਅਵਿਆਂ ਤੋਂ ਕੋਈ ਵੀ ਹੋਰ ਗੱਲ ਨਹੀਂ ਹੈਗੀ। ਔਰ ਜਾਂ ਆਪਣੇ ਵਿਰੋਧੀਆਂ ਨੂੰ ਬਿਨਾਂ ਤੱਥਾਂ ਤੋਂ ਨਿੰਦਣਾ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਪੰਜਾਬ ਨੂੰ ਇੰਡਸਟਰੀ ਦੀ ਬਹੁਤ ਵੱਡੀ ਜ਼ਰੂਰਤ ਹੈ। ਅੱਜ ਜਿੰਨੀਆਂ ਵੀ ਪੰਜਾਬ ਦੇ ਵਿੱਚ ਘਟਨਾਵਾਂ ਵਾਪਰ ਰਹੀਆਂ, ਉਹਦਾ ਇੱਕੋ ਇੱਕ ਕਾਰਨ ਹੈ ਬੇਰੁਜ਼ਗਾਰੀ। ਬੇਰੁਜ਼ਗਾਰ ਨੌਜਵਾਨ ਜਿਹੜੇ ਨੇ, ਉਹਨਾਂ ਨੂੰ ਇੱਕ ਨਿਪੁੰਨ ਤਰੀਕੇ ਦੇ ਨਾਲ ਕਿਸੇ ਖੇਤਰ ਦੇ ਵਿੱਚ, ਇੰਡਸਟਰੀ ਖੇਤਰ ਦੇ ਵਿੱਚ, ਜਾਂ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਜਾਂ ਸਰਕਾਰੀ ਜੌਬ ਦੇ ਵਿੱਚ ਉਹਨਾਂ ਨੂੰ ਮੌਕਾ ਮਿਲ ਰਿਹਾ, ਤਾਂ ਉੱਥੇ ਬਾਹਰੀ ਲੋਕਾਂ ਨੂੰ ਲਿਆ ਕੇ ਆਪਣੇ ਗਵਾਂਢੀ ਜਿਹੜੇ ਰਾਜ ਨੇ ਜਾਂ ਜਿੱਥੇ ਇਹਨਾਂ ਦੀ ਸਰਕਾਰ ਹੈ ਦਿੱਲੀ ਦੀ, ਉਹ ਆ ਕੇ ਇੱਥੇ IT ਵਿੰਗ ਦੇ ਵਿੱਚ ਭਰਤੀ ਕੀਤੇ ਜਾ ਰਹੇ ਆਪਣੇ ਲੋਕ, ਔਰ ਅਲੱਗ-ਅਲੱਗ ਮਹਿਕਮਿਆਂ ਵਿੱਚ ਆਪਣੇ ਬੰਦੇ ਵਾੜੇ ਜਾ ਰਹੇ। ਠੀਕ ਹੈ ਸਰ, ਮਾਫੀ ਚਾਹੂੰਗਾ ਵਿਚਾਲੇ ਰੋਕ ਲਿਆ, ਮੇਰੇ ਕੋਲ ਸਮਾਂ ਖਤਮ ਹੋ ਚੁੱਲਾ। ਤੁਹਾਡਾ ਪੁਆਇੰਟ ਬਹੁਤ ਵੈਲਿਡ ਹੈ ਪੀਰ ਮੁਹੰਮਦ ਜੀ। ਬੇਸਿਕਲੀ ਨੌਜਵਾਨਾਂ ਨੂੰ ਰੋਜ਼ਗਾਰ ਤਾਂ ਦੇਣਾ ਪਏਗਾ। ਜਿਹੜੇ ਅੱਜ ਡਿਬੇਟ ਵੀ ਸੁਣ ਰਹੇ ਨੇ ਜਾਂ ਜਿਹੜੇ ਜ਼ਿਕਰ ਕਰਦੇ ਨੇ, ਗੱਲ ਕਰਦੇ ਨੇ, ਸੋਸ਼ਲ ਮੀਡੀਆ ਤੇ ਬੋਲਦੇ ਨੇ ਕਿਸੇ ਦੇ ਹੱਕ ਜਾਂ ਕਿਸੇ ਦੇ ਖਿਲਾਫ, ਹੱਥ ਚ ਉਹਨਾਂ ਦੇ ਰੋਜ਼ਗਾਰ ਤਾਂ ਚਾਹੀਦਾ ਹੈ। ਡਾਕਟਰ ਸਾਹਿਬ, ਫਾਈਨਲ ਸਟੇਟਮੈਂਟ। ਇਹ ਪੂਰੀ ਡਿਬੇਟ ਦੇ ਵਿੱਚ ਇੱਕ ਚੀਜ਼ ਪੁਆਇੰਟ ਨਿਕਲ ਕੇ ਕੰਮ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਕੱਲੇ ਹਰੇ ਰੰਗ ਦੇ ਸਟੈਂਪ ਪੇਪਰਸ ਨਾਲ ਗੱਲ ਨਹੀਂ ਬਣਨੀ। ਕਾਨੂੰਨ ਵਿਵਸਥਾ, ਧਰਨਿਆਂ ਦਾ ਹੱਲ, ਜਿਹੜੇ ਗੁਆਂਢੀ ਸਟੇਟਸ ਦੇ ਵਿੱਚ ਮਿਲਦੇ ਟੈਕਸ ਦੇ ਉੱਤੇ ਰਿਬੇਟਸ ਹੈ, ਹਰ ਮੋਰਚੇ ਦੇ ਉੱਤੇ ਸਟੈਂਡ ਲੈਣਾ ਹੋਏਗਾ। ਦੇਖੋ, ਬਿਲਕੁਲ ਤੁਹਾਡੀ ਗੱਲ ਠੀਕ ਹੈ ਗੌਰਵ ਜੀ, ਪਰ ਇਨੀਸ਼ੀਏਟਿਵ ਤਾਂ ਲਿੱਤਾ। ਸਭ ਤੋਂ ਪਹਿਲੀ ਗੱਲ ਹੈ, ਪਹਿਲਾ ਇਨੀਸ਼ੀਏਟਿਵ ਲਿੱਤਾ। ਇਹ ਫਸਟ ਸਟੈਪ ਹੈ, ਫਾਈਨਲ ਸਟੈਪ ਨਹੀਂ ਹੈ, ਇਹ ਫਸਟ ਸਟੈਪ ਹੈ। ਜਿਹੜੀ ਕਾਂਗਰਸ ਵਾਲੇ ਭਾਈ ਸਾਹਿਬ ਨੇ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨਾਲ ਜੋ ਅੱਗੇ ਕਰਦੀ ਰਹੀ ਹੈ, ਉਹੀ ਪਿਛਲੇ 10 ਸਾਲਾਂ ਤੋਂ ਫਿਰ ਤੋਂ ਕਰਦੀ ਪਈ ਹੈ। ਇਹ ਕਾਨੂੰ ਇੰਡਸਟਰੀ ਗੁਜਰਾਤ ਤੇ UP ਸ਼ਿਫਟ ਕਰਦੇ ਪਏ ਨੇ। ਕੀ ਇਹਨਾਂ ਦਾ ਉਹਦੇ ਪਿੱਛੇ ਬੈਕਗ੍ਰਾਉਂਡ ਹੈ? ਕੀ ਸ਼ੋਅ ਕਰਨਾ ਚਾਹੁੰਦੇ? ਪੰਜਾਬ ਨੂੰ ਪੰਜਾਬ ਨੂੰ ਅਗਰ ਪਿਆਰ ਕਰਦੇ ਆਫਰ ਦੇ ਰਹੇ ਆਫਰ ਕਿ ਇੱਥੇ ਆਓ, ਟੈਕਸ ਘੱਟ ਆਫਰ ਹੈ, ਸੀਜ਼ਨ ਐਂਡਿੰਗ ਸੇਲ ਹੁੰਦੀ ਹੈ ਨਾ ਵੱਡੇ ਵੱਡੇ ਮਾਲਸ ਤੇ, ਐਵੇਂ ਲੱਗਦਾ ਸੈਂਟਰ ਕਰਦੀ ਹੈ, ਪਹਿਲਾਂ ਵੀ ਕਰਦੀ ਰਹੀ ਹੈ,
ਹੈ ਤਦ ਅਟਲ ਬਿਹਾਰੀ ਵਾਜਪਾਈ ਸਾਹਿਬ ਦੀ ਸੀ, ਫਿਰ ਇਹਨਾਂ ਦੀ ਆ ਗਈ, ਇਹਨਾਂ ਨੇ ਵੀ ਕੀਤਾ। ਆਪਣੇ ਕੋਲ ਕੋਈ ਤੋੜ ਹੈ ਕਿ ਨਹੀਂ ਇਹਨਾਂ ਦਾ? ਤੋੜ ਹੈ, ਉਹੀ ਤਾਂ ਮਾਨ ਸਾਹਿਬ ਕਰ ਰਹੇ ਨੇ। ਮਾਨ ਸਾਹਿਬ ਕਹਿੰਦੇ ਤੁਸੀਂ ਜੋ ਮਰਜ਼ੀ ਕਰਦੇ ਰਹੋ, ਪੰਜਾਬੀ ਬੰਦਾ ਪੰਜਾਬ 'ਚ ਇੰਡਸਟਰੀ ਲਾ ਕੇ ਰਹੂਗਾ ਔਰ ਇਸ ਸਰਕਾਰ 'ਚ ਹੀ ਲਾ ਕੇ ਰਹੂਗਾ। ਇਸੇ ਲਈ ਫਸਟ ਸਟੈਪ ਲਿੱਤਾ ਹੈ ਔਰ ਮੈਂ ਉਮੀਦ ਕਰਦਾ ਕਿ ਸਾਰੇ ਇੰਡਸਟਰੀਅਲਿਸਟ ਵੀ ਤੇ ਸਾਰੇ ਪੋਲੀਟੀਕਲ ਪਾਰਟੀਜ਼ ਇਸ ਫਸਟ ਇਨੀਸ਼ੀਏਟਿਵ ਤੋਂ ਖੁਸ਼ ਹੋਣਗੇ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਮੁੱਦਾ ਇੰਡਸਟਰੀ ਦਾ, ਰੋਜ਼ਗਾਰ ਦਾ, ਪੰਜਾਬ ਦਾ ਲੋਕਾਂ ਦਾ ਔਰ ਜੋ ਸਾਡੇ ਸਾਰਿਆਂ ਦੇ ਨਾਲ ਜੁੜਿਆ ਹੋਇਆ ਹੈ। ਖੈਰ ਦਾਅਵੇ ਤਾਂ ਬਹੁਤ ਸਾਰੇ ਹੋ ਰਹੇ ਨੇ ਪਰ ਇੰਤਜ਼ਾਰ ਵੀ ਨਾਲ ਹਰ ਕੋਈ ਕਰ ਰਿਹਾ ਹੈ ਤੇ 10 ਦਿਨ ਵਾਲਾ ਫਾਰਮੂਲਾ ਕਿ 10 ਦਿਨ ਦੇ ਵਿੱਚ ਫਾਈਲ ਕਲੀਅਰ ਔਰ ਇੰਡਸਟਰੀ ਲਗਾਉਣ ਦੇ ਲਈ ਹਰੀ ਝੰਡੀ, ਹਰੇ ਸਟੈਂਪ ਪੇਪਰ ਦੇ ਨਾਲ ਇਹ ਇੰਪਲੀਮੈਂਟ ਕਦੋਂ ਤੋਂ ਹੋ ਜਾਏਗਾ ਤੇ ਤਰੀਕੇ ਨਾਲ ਇੰਪਲੀਮੈਂਟ ਹੋਵੇ ਕਿ ਵਿਚਾਲੇ ਕੋਈ ਕੁੰਡੀਆਂ ਨਾ ਰਹਿ ਜਾਣ। ਇੰਡਸਟਰੀਅਲਿਸਟ ਇਹੀ ਸੋਚ ਰਹੇ ਹਨ ਤਾਂ ਕਿ ਲੋਕਾਂ ਤੱਕ, ਨੌਜਵਾਨਾਂ ਤੱਕ ਰੋਜ਼ਗਾਰ ਪਹੁੰਚੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ।